ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰਾਈਮ ਟਾਈਮ। ਮੈਂ ਹਾਂ ਯਾਦਵਿੰਦਰ ਸਿੰਘ। ਗਰੀਬਾਂ ਦੇ ਉੱਤੇ ਹਮੇਸ਼ਾ ਮਾਰ ਪੈਂਦੀ ਹੈ ਤੇ ਗਰੀਬ ਵਿਚਾਰੇ ਹਰ ਤਰਾਸਦੀ ਦੇ ਅੰਦਰ ਸਭ ਤੋਂ ਜ਼ਿਆਦਾ ਸ਼ਿਕਾਰ ਹੁੰਦੇ ਨੇ ਤੇ ਇਸ ਦੌਰ ਦੇ ਅੰਦਰ ਵੀ ਪ੍ਰਵਾਸੀ ਮਜ਼ਦੂਰ ਸਭ ਤੋਂ ਜ਼ਿਆਦਾ ਸ਼ਿਕਾਰ ਹੋ ਰਹੇ ਨੇ ਉਸ ਮਾਰ ਦਾ। ਜਿਨ੍ਹਾਂ ਦੇ ਲਈ ਕਿਹਾ ਗਿਆ ਫਾਰਮ ਬਣ ਗਏ, ਪਾਲਿਸੀ ਬਣ ਗਈ ਕਿ ਉਹਨਾਂ ਨੂੰ ਸਰਕਾਰਾਂ ਉਹਨਾਂ ਦੇ ਸੂਬਿਆਂ 'ਚ ਲੈ ਕੇ ਜਾਣਗੇ, ਪਰ ਸੜਕਾਂ ਦੇ ਉੱਤੇ ਲੁਧਿਆਣਾ ਤੋਂ ਲੈ ਕੇ ਤੁਸੀਂ ਸ਼ੰਭੂ ਬੈਰੀਅਰ ਤੱਕ ਦੇਖੋਗੇ ਹਜ਼ਾਰਾਂ ਦੀ ਤਾਦਾਦ ਦੇ ਅੰਦਰ ਲੋਕ ਜਾਂਦੇ ਨੇ ਤੇ ਪ੍ਰਵਾਸੀ ਮਜ਼ਦੂਰਾਂ ਦਾ, ਵਿਚਾਰਿਆਂ ਦਾ, ਗਰੀਬਾਂ ਦਾ ਬੁਰਾ ਹਾਲ ਆ ਉਸ ਧਰਤੀ ਦੇ ਉੱਤੇ ਜਿਸ ਧਰਤੀ ਤੇ ਸਰਕਾਰਾਂ ਨੇ, ਮੋਦੀ ਸਰਕਾਰ, ਕੈਪਟਨ ਸਰਕਾਰ ਇੰਤਜ਼ਾਮ ਕਰਨੇ ਚਾਹੀਦੇ ਸੀ ਪਰ ਇੰਤਜ਼ਾਮ ਕਿਤੇ ਉਸ ਰੂਪ 'ਚ ਨਜ਼ਰ ਨਹੀਂ ਆ ਰਹੇ। ਹਾਲਾਂਕਿ ਕਿਹਾ ਜਾ ਰਿਹਾ ਕਿ ਅਸੀਂ ਟ੍ਰੇਨਾਂ ਲਾਈਆਂ ਨੇ, ਟ੍ਰੇਨਾਂ ਗਈਆਂ ਵੀ ਨੇ, ਪਰ ਜਿਸ ਤਰੀਕੇ ਦੇ ਪ੍ਰਬੰਧ ਹੋਣੇ ਚਾਹੀਦੇ ਸੀ ਉਸ ਤਰੀਕੇ ਦੇ ਪ੍ਰਬੰਧ ਨਹੀਂ ਹੋਏ। ਇਹਦੇ ਤੇ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਲੁਧਿਆਣਾ ਤੋਂ ਭਾਰਤ ਭੂਸ਼ਣ ਆਸ਼ੂ ਹੋਣਗੇ ਮੰਤਰੀ ਤੇ ਸਾਡੇ ਨਾਲ ਮਜ਼ਦੂਰ ਆਗੂ ਕਮਲਜੀਤ ਹੋਣਗੇ। ਗੱਲਬਾਤ ਕਰਾਂਗੇ ਉਹਨਾਂ ਨਾਲ। ਉਸ ਤੋਂ ਪਹਿਲਾਂ ਤੁਹਾਨੂੰ ਰਿਪੋਰਟ ਦਿਖਾਉਂਦੇ ਆ ਕਿ ਹਾਲ ਕੀ ਹੈ ਉਹਨਾਂ ਗਰੀਬਾਂ ਦਾ, ਮਜ਼ਦੂਰਾਂ ਦਾ ਹਾਲ ਕੀ ਹੈ। ਤੁਸੀਂ ਆਪਣੀ ਨਜ਼ਰ ਨਾਲ ਦੇਖੋ। कोरोना संकट कारण रोजगार तो महरूम हो चुके प्रवासी मजदूरों की घर वापसी का सिलसिला शुरू हो चुका है। ਲੱਖਾਂ ਦੀ ਗਿਣਤੀ ਵਿੱਚ ਮਜ਼ਦੂਰਾਂ ਨੇ ਘਰ ਵਾਪਸੀ ਲਈ ਰਜਿਸਟ੍ਰੇਸ਼ਨ ਕਰਾਇਆ ਹੈ, ਪਰ ਵਾਪਸੀ ਦੀ ਰਫ਼ਤਾਰ ਹੌਲੀ ਹੈ ਅਤੇ ਮਜ਼ਦੂਰ ਜਾਣ ਨੂੰ ਕਾਹਲੇ। ਇੰਤਜ਼ਾਰ ਲੰਬਾ ਹੁੰਦੇ ਵੇਖ ਸੈਂਕੜੇ ਦੀ ਗਿਣਤੀ ਵਿੱਚ ਮਜ਼ਦੂਰ ਜਲੰਧਰ ਅਤੇ ਲੁਧਿਆਣਾ ਦੀ ਰੇਲਵੇ ਲਾਈਨ ਜ਼ਰੀਏ ਆਪਣੇ ਘਰਾਂ ਨੂੰ ਨਿਕਲ ਪਏ। ਸ਼ਿਕਾਇਤ ਸੀ ਕਿ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ। सर अब हम लोग वहाँ पे क्या करते हैं ना, हम लोगों को राशन मिल रहा है, जो काम किए मालिक पैसे भी नहीं दे रहे हैं और रूम वाले सर पैसे मांग रहे हैं। और हम लोग लॉकडाउन जितने दिन लगा था हम लोग के पास पैसा जब तक था सर हम लोग लॉकडाउन का अच्छी तरह से पालन किए। जब हम लोगों को कुछ नहीं मिल रहा था खाने पीने के लिए, हमारी बीवी और बच्चे भूखे रहते थे, कभी किसी पड़ोसी से मिल जाता था, कभी नहीं मिलता था सर, तो फिर हम लोग कदम उठा लिए चलने के लिए घर। वहाँ पे ना तो काम मिल रहा ना तो पैसा मिलेगा, काम करते भी तो पैसा भी नहीं मिलता है। आपने वहाँ प्रशासन से बात की है, मैं खाना दीजिए कुछ दीजिए? गया लेकिन कोई सुनवाई नहीं हो रही है। क्या बोले हो? आधार कार्ड पे लेके जाते, लिंक कराते हैं, नाम लिखते हैं, लेकिन खाना नहीं मिलता। ਮਜ਼ਦੂਰਾਂ ਦੀ ਟ੍ਰੇਨਾਂ ਜ਼ਰੀਏ ਵਾਪਸੀ ਤੋਂ ਪਹਿਲਾਂ ਬਕਾਇਦਾ ਉਹਨਾਂ ਦੀ ਮੈਡੀਕਲ ਜਾਂਚ ਵੀ ਲਾਜ਼ਮੀ ਹੈ। ਜਲਦ ਵਾਪਸੀ ਲਈ ਕਾਲੇ ਮਜ਼ਦੂਰ ਕਿਵੇਂ ਮੈਡੀਕਲ ਜਾਂਚ ਲਈ ਸੂਬੇ ਦੇ ਹਸਪਤਾਲਾਂ ਦੇ ਬਾਹਰ ਉਮੜੇ, ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ। ਨਾ ਕੋਰੋਨਾ ਦਾ ਖੌਫ, ਨਾ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ। यहाँ पे क्या करने आए हो आज? टेस्ट कराने आए। अच्छा, उसके बाद ये टेस्ट कराने के बाद उसके बाद ट्रेन मिलेगा तो चले जाएंगे। सरकार जो कह रही है कि हम सब कुछ दे रहे हैं, खाना दे रहे हैं, कुछ नहीं मिल रहा है, कुछ नहीं मिल रहा है। कुछ नहीं। अभी जो फैक्ट्रियाँ चलने की बात कर रहे हैं वो भी नहीं चलेगी, नहीं चलेगी। 2-3 महीने के अंदर नहीं चलेगी। अगर चलती हैं तो आप लोग यहाँ रुकोगे या नहीं? नहीं रुकेंगे, कभी नहीं रुकेंगे। जाना ही है। यहीं पर लाइन बना लो। एक लाइन हम लोग लगाए थे, उसके बाद 5-5 लाइन, 4-4 लाइन हो गई। फिर अब भीड़ हुआ तो उधर जाए हम लोग फिर काम हो जाएगा, फिर कहाँ जाएंगे? सरकार को हम लोग पैदल ही जाने का अनुमति दे, हम लोग पैदल ही जाएंगे, रास्ते में कोई रोके न तरफ। ਮੌਜੂਦਾ ਹਾਲਾਤ ਵਿੱਚ ਮਜ਼ਦੂਰਾਂ ਦੀ ਘਰ ਵਾਪਸੀ ਮਜਬੂਰੀ ਬਣ ਚੁੱਕੀ ਹੈ। ਮਜ਼ਦੂਰਾਂ ਦੀ ਹਿਜਰਤ ਤੋਂ ਬਾਅਦ ਪੈਦਾ ਹੋਣ ਵਾਲੇ ਅਸਰ ਨੂੰ ਸਿਆਸਤਦਾਨ ਵੀ ਬਾਖੂਬੀ ਸਮਝ ਰਹੇ ਨੇ, ਪਰ ਜ਼ਿੰਮੇਵਾਰੀ ਕੌਣ ਚੁੱਕੇ? ਜੀ ਨਹੀਂ ਕਰਦਾ, ਕਿਹਦਾ ਜੀ ਕਰਦਾ ਦੱਸੋ? ਤਾਂ ਮੈਂ ਕੱਲ ਇਸੇ ਕਰਕੇ ਰੇਲਵੇ ਸਟੇਸ਼ਨ ਤੇ ਨਹੀਂ ਗਿਆ। ਦੁੱਖ ਲੱਗਦਾ ਵੀ ਅੱਜ ਉਹ ਸਾਡੇ ਚੱਕਾ ਚਲਾ ਰਹੇ ਸੀ, ਪਹੀਆ ਚਲਾ ਰਹੇ ਸੀ ਸਾਡਾ, ਤੇ ਅੱਜ ਇਹ ਹਾਲਾਤਾਂ ਦੇ ਵਿੱਚ ਅਸੀਂ ਉਹਨਾਂ ਨੂੰ ਟ੍ਰੇਨ ਤੋਂ ਬਾਏ ਬਾਏ ਕਰੀਏ, ਟਾਟਾ ਕਰੀਏ ਜਾਣ ਲੱਗੇ ਤੇ ਮਨ ਭਰਦਾ ਵੀ। ਮੇਰੀ ਪੰਜਾਬ ਸਰਕਾਰ ਨੂੰ ਅਪੀਲ ਹੈ ਕਿ ਮਜ਼ਦੂਰਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਦੀ ਥਾਂ ਮਜ਼ਦੂਰਾਂ ਨੂੰ ਪੰਜਾਬ ਵਿੱਚ ਰੱਖਣ ਲਈ ਬੰਦੋਬਸਤ ਕੀਤੇ ਜਾਣ। ਉਹਨਾਂ ਨੂੰ ਬਲਕਿ ਇੱਥੇ ਰਹਿਣ ਲਈ ਉਤਸ਼ਾਹਿਤ ਕੀਤਾ ਜਾਵੇ, ਭਾਵੇਂ ਕੋਈ ਇਨਸੈਂਟਿਵ ਦਿੱਤਾ ਜਾਵੇ ਵਿਸ਼ੇਸ਼ ਤੌਰ ਤੇ। ਫਿਲਹਾਲ ਤਾਂ ਕੋਰੋਨਾ ਦੇ ਕਹਿਰ ਦੇ ਵਿਚਕਾਰ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣਾ ਹੈ, ਜਿਸ ਵਿੱਚ ਕਾਫੀ ਸਮਾਂ ਲੱਗਣਾ ਹੈ। ਇਸ ਦਰਮਿਆਨ ਜਿਹੜੇ ਮਜ਼ਦੂਰ ਇੱਥੇ ਫਸੇ ਹੋਏ ਨੇ ਉਹਨਾਂ ਦੇ ਰਹਿਣ ਸਹਿਣ ਅਤੇ ਖਾਣ ਪੀਣ ਦਾ ਇੰਤਜ਼ਾਮ ਵੀ ਸਹੀ ਤਰੀਕੇ ਨਾਲ ਹੋਏ। ਮਜ਼ਦੂਰਾਂ ਦੀ ਕਮੀ ਤੋਂ ਪੈਦਾ ਹੋਣ ਵਾਲੇ ਹਾਲਾਤ ਵੀ ਸਰਕਾਰ ਦੇ ਸਾਹਮਣੇ ਆਉਣ ਵਾਲੇ ਦਿਨਾਂ ਵਿੱਚ ਵੱਡੀ ਚੁਣੌਤੀ ਖੜੇ ਕਰਨ ਵਾਲੇ ਨੇ। ਬਿਊਰੋ ਰਿਪੋਰਟ, ਨਿਊਜ਼ 18।
ਤਾਂ ਤੁਸੀਂ ਦੇਖਿਆ ਰਿਪੋਰਟ, ਇਹ ਰਿਪੋਰਟ ਤੋਂ ਬਿਨਾ ਹਜ਼ਾਰਾਂ ਦੀ ਤਾਦਾਦ 'ਚ ਸੜਕਾਂ ਤੇ ਮਜ਼ਦੂਰ ਨੇ, ਪੂਰੇ ਦੇਸ਼ 'ਚ ਨੇ, ਪੰਜਾਬ 'ਚ ਨੇ। ਸੜਕਾਂ ਤੇ ਕਿਉਂ? ਜਦੋਂ ਸਰਕਾਰ ਨੇ ਪ੍ਰਬੰਧ ਕੀਤੇ ਨੇ, ਕਿਉਂ ਉਹਨਾਂ ਮਜ਼ਦੂਰਾਂ ਦੀ ਸਾਰ ਨਹੀਂ ਲਈ ਜਾ ਰਹੀ? ਵਿਚਾਰੇ ਗਰੀਬਾਂ ਦੀ, ਕੋਈ ਆਪਣੀ ਮਾਂ ਨੂੰ ਮੋਢਿਆਂ ਤੇ ਚੱਕਿਆ ਹੋਇਆ, ਕਿਸੇ ਨੇ ਆਪਣੇ ਬੱਚਿਆਂ ਨੂੰ। ਇਹ ਦਿਨ 'ਚ ਸਫ਼ਰ ਨਹੀਂ ਕਰਦੇ ਕਿਉਂਕਿ ਗਰਮੀ ਹੈ, ਦਿਨ 'ਚ ਰਾਤ ਨੂੰ ਸਫ਼ਰ ਕਰਦੇ ਨੇ। ਰਾਤ ਨੂੰ ਤੁਰ ਕੇ ਕੋਈ ਲਖਨਊ ਜਾ ਰਿਹਾ ਹੈ, ਕੋਈ ਬੇਗੂਸਰਾਏ ਜਾ ਰਿਹਾ ਹੈ, ਕੋਈ ਆਰਾ ਜਾ ਰਿਹਾ, ਬਿਹਾਰ, ਉੱਤਰ ਪ੍ਰਦੇਸ਼ 'ਚ ਵੱਡੇ ਪੱਧਰ ਤੇ ਜਾ ਰਹੇ ਨੇ। ਇਹ ਹਾਲ ਹੈ ਇਹਨਾਂ ਮਜ਼ਦੂਰਾਂ ਦਾ ਤੇ ਸਰਕਾਰਾਂ ਕਹਿ ਰਹੀਆਂ ਨੇ ਅਸੀਂ ਪ੍ਰਬੰਧ ਕੀਤੇ ਨੇ। ਵਾਰ-ਵਾਰ ਦਾਅਵੇ ਹੋ ਰਹੇ ਨੇ, ਫਾਰਮ ਭਰਾਏ ਗਏ ਨੇ, ਕਿਹਾ ਗਿਆ ਕਿ ਹਾਂ ਹਰ ਮਜ਼ਦੂਰ ਨੂੰ ਭੇਜਾਂਗੇ ਰੇਲਵੇ ਦੇ ਜ਼ਰੀਏ ਜਾਂ ਬਾਕੀ ਚੀਜ਼ਾਂ ਦੇ ਜ਼ਰੀਏ, ਪਰ ਸੜਕਾਂ ਤੇ ਜਾ ਰਹੇ ਨੇ। ਇੱਕ ਸ਼ਰਮਨਾਕ ਗੱਲ ਹੈ ਕਿ ਜਿਹੜੇ ਲੋਕ ਸਾਡੇ ਲਈ ਹਮੇਸ਼ਾ ਕੰਮ ਕਰਦੇ ਨੇ ਉਹਨਾਂ ਨੂੰ ਇਹ ਨੌਬਤ ਝੱਲਣੀ ਪੈ ਰਹੀ ਹੈ। ਸਾਡੇ ਨਾਲ ਕੰਵਲਜੀਤ ਨੇ, ਮਜ਼ਦੂਰ ਯੂਨੀਅਨ ਦੇ ਆਗੂ ਨੇ, ਤੇ ਸਾਡੇ ਨਾਲ ਭਾਰਤ ਭੂਸ਼ਣ ਆਸ਼ੂ ਜੋ ਮੰਤਰੀ ਨੇ ਉਹ ਸਾਡੇ ਨਾਲ ਜੁੜ ਰਹੇ ਨੇ। ਸ਼ੁਰੂਆਤ ਕਰਦੇ ਹਾਂ ਅਸੀਂ ਕੰਵਲਜੀਤ ਤੋਂ। ਕੰਵਲਜੀਤ, ਤੁਹਾਡੇ ਨਾਲ ਬਹੁਤ ਸਾਰੇ ਲੋਕਾਂ ਦੀ ਗੱਲਬਾਤ ਹੁੰਦੀ ਹੋ, ਕੀ ਸਮੱਸਿਆ? ਕਿਉਂ ਇਹਨਾਂ ਲੋਕਾਂ ਦੀ ਗੱਲ ਨਹੀਂ ਸੁਣੀ ਜਾ ਰਹੀ? ਸਰਕਾਰਾਂ ਇਹਨਾਂ ਦੀ ਗੱਲ ਕਿਉਂ ਨਹੀਂ ਸੁਣਦੀਆਂ? ਕਿਉਂ ਇਹ ਬਾਈ ਟ੍ਰੇਨ ਨਹੀਂ ਜਾ ਰਹੀ? ਸਰਕਾਰਾਂ ਦੇ ਇੰਤਜ਼ਾਮ ਪੂਰੀ ਤਰ੍ਹਾਂ ਫੇਲ ਹੋ ਚੁੱਕੇ ਨੇ। ਸਰਕਾਰਾਂ ਨੇ ਅਸਲ ਦੇ ਵਿੱਚ ਕੋਈ ਢੰਗ ਦੀ ਪਲੈਨਿੰਗ, ਕੋਈ ਹਿਊਮਨ ਐਂਗਲ ਤੋਂ ਸੋਚ ਕੇ, ਮਨੁੱਖੀ ਐਂਗਲ ਤੋਂ ਸੋਚ ਕੇ ਕੋਈ ਪਲੈਨਿੰਗ ਕੀਤੀ ਨਹੀਂ। ਜਦੋਂ ਵੱਡੇ ਪੱਧਰ ਦੇ ਉੱਤੇ ਦਬਾਅ ਇਹ ਬਣਿਆ ਹੋਇਆ ਕਿ ਸਰਕਾਰਾਂ ਨੇ ਜਿੱਥੇ ਘਰਾਂ ਦੇ ਵਿੱਚ ਤਾੜੇ ਹੋਏ ਮਜ਼ਦੂਰ ਨੇ ਉਹਨਾਂ ਦੇ ਵਿੱਚ ਭੁੱਖਮਰੀ ਦੀ ਹਾਲਤ ਬਣ ਗਈ ਹੈ ਤੇ ਮਜ਼ਦੂਰਾਂ ਦੇ ਵਿੱਚ ਇੰਨੀ ਡੈਸਪਰੇਸ਼ਨ ਪੈਦਾ ਹੋਈ ਹੈ ਕਿ ਮਜ਼ਦੂਰ ਆਪ ਆਪਣੇ ਘਰਾਂ ਨੂੰ ਤੁਰਨਾ ਸ਼ੁਰੂ ਹੋ ਗਏ ਨੇ। ਉਸ ਮੌਕੇ ਦੇ ਉੱਤੇ ਸਰਕਾਰਾਂ ਨੇ ਆਪਣਾ ਜਿਹੜਾ ਉਹ ਖੱਪਾ ਪੂਰਨ ਵਾਸਤੇ, ਆਪਣੀ ਲਿਪਾਪੋਤੀ ਕਰਨ ਵਾਸਤੇ ਐਲਾਨ ਕੀਤਾ ਵੀ ਅਸੀਂ ਟ੍ਰੇਨਾਂ ਤੋਰਾਂਗੇ। ਲੇਕਿਨ ਹਲੇ ਵੀ ਹਾਲਤ ਇਹ ਆ ਕਿ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੂੰ ਅੱਜ ਵੀ, ਜੇ ਆਪਾਂ ਸਮੱਸਿਆ ਕੀ ਆ ਰਹੀ ਹੈ, ਮੈਂ ਤੁਹਾਨੂੰ ਸਪੈਸਿਫਿਕ ਸਮੱਸਿਆ ਕੀ ਹੈ? ਸਮੱਸਿਆ ਇਹ ਹੈ ਵੀ ਮਜ਼ਦੂਰਾਂ ਕੋਲ ਖਾਣ ਲਈ ਰਾਸ਼ਨ ਹੈ ਨਹੀਂ, ਮਜ਼ਦੂਰਾਂ ਨੂੰ ਕੰਮ ਦੀ ਕੋਈ ਗਾਰੰਟੀ ਨਹੀਂ ਹੈ ਵੀ ਆਉਣ ਵਾਲੇ ਟਾਈਮ 'ਚ ਖੁੱਲੇਗਾ ਕਿ ਨਹੀਂ ਖੁੱਲ੍ਹਾ। ਜਿਹੜੇ ਫੈਕਟਰੀ ਮਾਲਕ ਅੱਜ ਦੇ ਸਮੇਂ 'ਚ ਬੁਲਾ ਵੀ ਰਹੇ ਨੇ ਉਹਨਾਂ ਬਾਰੇ ਮਜ਼ਦੂਰਾਂ ਨੂੰ ਇਹ ਗੱਲ ਦੀ ਸ਼ੋਰਿਟੀ ਬਿਲਕੁਲ ਨਹੀਂ ਹੈਗੀ ਕਿ ਇਹ 10 ਦਿਨਾਂ ਬਾਅਦ ਦੁਬਾਰਾ ਲਾਕਡਾਊਨ ਨਹੀਂ ਹੋ ਜਾਏਗਾ, 10 ਦਿਨਾਂ ਬਾਅਦ ਅਚਾਨਕ ਫਿਰ ਤੋਂ ਕਰਫਿਊ ਨਹੀਂ ਲੱਗ ਜਾਊਗਾ। ਇਸ ਕਿਸਮ ਦੀ ਕੋਈ ਟ੍ਰੇਨ ਨਾ ਜਾਣ ਦੀ ਸਮੱਸਿਆ ਕੀ ਆ ਰਹੀ ਹੈ? ਜਦੋਂ ਟ੍ਰੇਨ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀ ਹੋ ਰਹੀ ਹੈ ਉਹਦੇ ਨਾਲ ਟ੍ਰੇਨ ਦੀ ਕੋਈ ਸ਼ਡਿਊਲ ਹੀ ਨਹੀਂ ਤੈਅ। ਟ੍ਰੇਨ ਬਾਰੇ ਇੰਨੀ ਵੱਡੀ ਗਿਣਤੀ ਹੈ, ਇਹਨਾਂ ਨੂੰ ਟ੍ਰੇਨਾਂ ਰਾਹੀਂ ਕਿਵੇਂ ਪਹੁੰਚਾਊਗੀ ਸਰਕਾਰ? ਇਹਦੀ ਸਰਕਾਰ ਨੇ ਕੋਈ ਆਪਣੇ ਆਪ ਵੱਲੋਂ ਟਾਈਮ ਫਰੇਮ, ਕੋਈ ਟਾਈਮ ਸ਼ਡਿਊਲ ਦਿੱਤਾ ਹੀ ਨਹੀਂ ਹੋਇਆ। ਅੱਜ ਇੱਥੇ ਹੁਣ ਅਨਾਉਂਸਮੈਂਟ ਕਰ ਦਿੱਤੀ ਮੋਹਾਲੀ ਦੇ ਕੋਲ ਕਿ ਮਜ਼ਦੂਰਾਂ ਨੇ, ਕੱਲ ਯੂਪੀ ਵਾਲਿਆਂ ਵਾਸਤੇ ਅਨਾਉਂਸਮੈਂਟ ਕਰ ਦਿੱਤੀ, ਉੱਥੇ ਬਹੁਤ ਵੱਡੀ ਗਿਣਤੀ 'ਚ ਲੋਕ ਪਹੁੰਚ ਗਏ, ਫਿਰ ਲਾਠੀ ਚਾਰਜ ਕਰਤਾ ਉੱਥੇ। ਅੱਜ ਵੀ ਇਹੀ ਹਾਲਤ ਹੋਈ ਹੈ। ਬਲੌਂਗੀ ਕੋਲ ਵੱਡੀ ਗਿਣਤੀ 'ਚ ਮਜ਼ਦੂਰ ਅੱਜ ਇਕੱਠੇ ਹੋਏ, ਉੱਥੇ ਇੱਕ ਡਾਕਟਰ ਬਿਠਾ ਰੱਖਿਆ ਤੇ ਉਹ ਸਕਰੀਨਿੰਗ ਦੇ ਨਾਂ ਦੇ ਉੱਤੇ ਕੀ ਹੈਗਾ, ਹਰੇਕ ਦਾ ਇਨਫਰਾਰੈਡ ਕੈਮਰੇ ਦੇ ਨਾਲ ਉਹ ਚੈੱਕ ਕਰ ਲੈਂਦਾ ਤੇ ਉਹਨੂੰ ਠੱਪਾ ਲਾ ਕੇ ਫੜਾਈ ਜਾਂਦੇ ਨੇ। ਸੋ ਹਾਲਤ ਇਹ ਹੈ ਵੀ ਕੋਈ ਠੋਸ ਅਨਾਉਂਸਮੈਂਟ ਨਹੀਂ, ਕੋਈ ਉਹਨਾਂ ਨੂੰ ਅਵੇਅਰਨੈਸ ਨਹੀਂ ਕਰ ਰਿਹਾ ਵੀ ਤੁਹਾਨੂੰ ਕਿਵੇਂ ਪਹੁੰਚਾਵਾਂਗੇ, ਤੁਹਾਨੂੰ ਤਸੱਲੀ ਰੱਖਣ ਦੀ ਲੋੜ ਹੈ, ਤੁਹਾਨੂੰ ਅਸੀਂ ਪਹੁੰਚਾਵਾਂਗੇ ਜਾਂ ਨਹੀਂ ਪਹੁੰਚਾਵਾਂਗੇ, ਜਾਂ ਜਿੰਨੇ ਦਿਨ ਤੁਸੀਂ ਇੱਥੇ ਬੈਠੋਗੇ ਉਹਨੇ ਦਿਨ ਦੇ ਰਾਸ਼ਨ ਦਾ ਸਾਡੇ ਨਾਲ ਨੇ, ਮੰਤਰੀ ਸਰਕਾਰ ਦੀ ਨੁਮਾਇੰਦਗੀ ਕਰਦੇ ਨੇ ਔਰ ਉਹ ਸ਼ਹਿਰ 'ਚੋਂ, ਲੁਧਿਆਣੇ 'ਚੋਂ, ਜਿੱਥੇ ਹੱਬ ਆ, ਇੰਡਸਟਰੀ ਦਾ ਹੱਬ ਆ, ਜਿੱਥੇ ਸਭ ਤੋਂ ਜ਼ਿਆਦਾ ਮਜ਼ਦੂਰ ਰਹਿੰਦੇ ਨੇ ਪੰਜਾਬ 'ਚੋਂ। ਉਹਨਾਂ ਤੋਂ ਪੁੱਛਦੇ ਆ ਕਿ ਕਿਉਂ ਸਰਕਾਰ ਦਾ ਪ੍ਰਬੰਧ ਨਹੀਂ ਹੈ? ਦਾਅਵੇ ਸਰਕਾਰ ਦੇ ਗਏ ਨੇ। ਆਸ਼ੂ ਜੀ, ਤੁਹਾਡਾ ਸ਼ਹਿਰ ਆ, ਸਭ ਤੋਂ ਜ਼ਿਆਦਾ ਤੁਹਾਡੇ ਸ਼ਹਿਰ 'ਚੋਂ ਹੀ ਮੂਵਮੈਂਟ ਹੋ ਰਹੀ ਹੈ, ਵਿਚਾਰੇ ਸੜਕਾਂ ਤੇ ਜਾ ਰਹੇ ਨੇ ਗਰੀਬ ਮਜ਼ਦੂਰ। ਕਿਉਂ ਸਰਕਾਰ ਨੇ ਪ੍ਰਬੰਧ ਨਹੀਂ ਕੀਤੇ? ਕਮਲ ਕਹਿ ਰਹੇ ਨੇ ਕੋਈ ਪਾਲਿਸੀ ਨਹੀਂ, ਕੋਈ ਰਜਿਸਟ੍ਰੇਸ਼ਨ ਨਹੀਂ, ਡਾਕਟਰੀ ਦੇ ਨਾਂ ਤੇ ਵੀ ਕੋਈ ਚੈੱਕਅਪ ਨਹੀਂ, ਬੁਰਾ ਹਾਲ ਆ ਮਜ਼ਦੂਰਾਂ ਦਾ। ਆਸ਼ੂ ਜੀ। ਯਾਦਵਿੰਦਰ ਜੀ, ਬਹੁਤ ਅੱਛਾ ਇਸ਼ੂ ਅੱਜ ਤੁਸੀਂ ਲਿਆ ਹੈ। ਇਸ ਤੇ ਮੈਂ ਤੁਹਾਡੇ ਨਾਲ ਥੋੜੀ ਜਿਹੀ ਡਿਸਕਸ਼ਨ ਵੀ ਕਰਨੀ ਚਾਹੂੰਗਾ। ਇਸ ਤਰੀਕੇ ਹੈ ਵੀ ਜਿਹੜੇ ਇਸ਼ੂ ਮੇਰੇ ਭਰਾ ਕਮਲ ਹੁਣਾਂ ਨੇ ਚੱਕੇ ਨੇ, ਜੋ ਉਹਨਾਂ ਨੇ ਦੇਖਣ ਚ ਆਇਆ ਤੇ ਕੁਝ ਸਾਡੇ ਵੀ ਤਜਰਬੇ ਲੁਧਿਆਣੇ ਚ ਰਹੇ। ਸਰਕਾਰ ਲੈਵਲ ਦੇ ਉੱਤੇ ਮਜ਼ਦੂਰਾਂ ਨੂੰ ਰਾਸ਼ਨ ਪੂਰਾ ਮਿਲੇ, ਉਸ ਲਈ ਅਲੱਗ-ਅਲੱਗ ਪ੍ਰਬੰਧ ਕੀਤੇ ਗਏ, ਅਲੱਗ-ਅਲੱਗ ਡਿਸਟ੍ਰਿਕਟਸ 'ਚ ਹੈਲਪਲਾਈਨ ਜਾਰੀ ਕੀਤੀਆਂ ਗਈਆਂ। ਕਿਤੇ ਅਵੇਅਰਨੈਸ ਘੱਟ ਹੋਣ ਕਰਕੇ ਹੋ ਸਕਦਾ ਨਾ ਹੋਵੇ, ਪਰ ਤਕਰੀਬਨ ਕਿਉਂਕਿ ਸਭ ਤੋਂ ਜ਼ਿਆਦਾ ਮਾਈਗ੍ਰੈਂਟ ਲੇਬਰ ਜੇ ਹੈ ਤਾਂ ਲੁਧਿਆਣੇ 'ਚ ਹੀ ਹੈ ਤੇ ਲੁਧਿਆਣੇ 'ਚ ਪਹੁੰਚ ਕੀਤੀ ਗਈ ਹਰੇਕ ਜਗ੍ਹਾ ਤੇ ਜਾ ਕੇ ਉਹਨਾਂ ਨੂੰ ਰਾਸ਼ਨ ਪਹੁੰਚਾਉਣ ਦੀ। ਉਹਨਾਂ ਦੇ ਕੋਲ ਕੋਈ ਵੀ ਚੀਜ਼ ਇਹੋ ਜਿਹੀ ਜਿਹੜੀ ਰੋਜ਼ਮਰਾ ਦੀ ਲੋੜੀਂਦੀ ਚੀਜ਼ ਹੋਵੇ, ਘਾਟ ਨਾ ਰਵੇ। ਪਰ ਇੱਕ ਇਮੋਸ਼ਨਲ ਇਸ਼ੂ ਰਹਿੰਦਾ ਆ। ਜਦੋਂ ਤੁਸੀਂ ਦੇਖੋ ਵੀ ਸਾਡੇ ਵੀ ਬੰਦੇ ਜਿਹੜੇ ਬਾਹਰ ਹੈ ਉਹ ਪੰਜਾਬ ਚ ਆਉਣ ਨੂੰ ਕਿਵੇਂ ਕਾਹਲੇ ਸੀਗੇ ਵੀ ਸਾਨੂੰ ਕਿਸੇ ਨਾ ਕਿਸੇ ਤਰੀਕੇ ਸਾਡੀ ਸਰਕਾਰ ਲਿਆਵੇ ਜਾਂ ਦੂਸਰੇ ਸੂਬੇ ਦੀਆਂ ਸਰਕਾਰਾਂ ਭੇਜਣ। ਜਿੰਨੇ ਪੰਜਾਬ ਦੇ ਵਿੱਚੋਂ, ਜਿਵੇਂ ਤੁਸੀਂ ਕਿਹਾ ਵੀ ਰਾਤਾਂ ਨੂੰ ਮੂਵ ਹੋਏ, ਰਾਤ ਨੂੰ ਚੱਲਦੇ ਸੀ, ਸਵੇਰੇ ਨੂੰ ਰੁਕਦੇ ਸੀਗੇ, ਰਾਤਾਂ ਨੂੰ 2-3 ਵਾਰੀ ਅਟੈਂਪਟ ਹੋਏ, ਕੋਈ ਖੰਨੇ ਕੋਲ ਤੇ ਕੋਈ ਐਂਟੀਸਪੇਟ ਗੋਬਿੰਦਗੜ੍ਹ ਕੋਲ ਕਰਕੇ ਵਾਪਿਸ ਉਹਨਾਂ ਨੂੰ ਲਿਆਂਦਾ ਗਿਆ ਤੇ ਆਈਸੋਲੇਸ਼ਨ ਸੈਂਟਰ 'ਚ ਰੱਖਿਆ ਗਿਆ ਤੇ ਉੱਥੇ ਬਕਾਇਦਾ ਤੌਰ ਤੇ ਉਹਨਾਂ ਦਾ ਇੰਤਜ਼ਾਮ ਕੀਤਾ ਗਿਆ। ਜੇ ਤੁਸੀਂ ਜਾ ਕੇ ਦੇਖੋ ਡੇਰਾ ਵਿਆਸ ਦੇ ਜਿਹੜੇ ਸੈਂਟਰ, ਲੁਧਿਆਣੇ ਸੈਂਟਰ ਬਣੇ ਹੋਏ, ਤਕਰੀਬਨ 10 ਦੇ ਕਰੀਬ ਉਹਨਾਂ ਦੇ ਸੈਂਟਰਾਂ ਇੰਤਜ਼ਾਮ ਕੀਤਾ ਹੋਇਆ, ਬਹੁਤ ਵਧੀਆ ਇੰਤਜ਼ਾਮ ਹੈ। ਉੱਥੇ ਉਹਨਾਂ ਦੀ ਸ਼ੇਵ ਵੀ ਕੀਤੀ ਜਾਂਦੀ ਹੈ, ਰਹਿਣ
ਪੈਣ ਸਹਿਣ ਸਾਰਾ ਇੰਤਜ਼ਾਮ ਉਹਨਾਂ ਦਾ ਬਹੁਤ ਵਧੀਆ ਹੈ। ਪਰ ਫਿਰ ਵੀ ਇੱਕ ਇਮੋਸ਼ਨਲ ਪਹਿਲੂ ਸੀ ਆਪਣੇ ਪਰਿਵਾਰਾਂ ਦੇ ਕੋਲ ਵਾਪਸ ਜਾਣ ਦਾ, ਉਹ ਹੈ। ਪਰ ਇਹਨਾਂ ਸਾਰਿਆਂ ਦੇ ਵਿੱਚ ਸਵਾਲ ਦਾ ਜਵਾਬ ਜ਼ਰੂਰ ਦਿਓ, ਜੇ ਇੰਨੇ ਵਧੀਆ ਇੰਤਜ਼ਾਮ ਨੇ ਫਿਰ ਕਿਉਂ ਉਹਨਾਂ ਨੂੰ ਸੜਕਾਂ ਤੇ ਰੁਲਣਾ ਪੈ ਰਿਹਾ? ਅਸੀਂ ਦੇਖਦੇ ਹਾਂ ਵਿਚਾਰੇ ਚੱਲਦੇ ਵੀ ਰਾਤ ਨੂੰ ਆ, ਉਹਨਾਂ ਨੂੰ ਲੱਗਦਾ ਦਿਨੇ ਗਰਮੀ ਹੈ, ਗਰਮੀ ਸਾਡੇ ਬੱਚੇ ਬਿਮਾਰ ਹੋ ਜਾਣਗੇ, ਬਜ਼ੁਰਗ ਬਿਮਾਰ ਹੋ ਜਾਣਗੇ, ਉਹ ਰਾਤ 'ਚ ਚੱਲਦੇ ਨੇ। ਜੇ ਤੁਸੀਂ ਦੇਖੋ ਜੀ ਯਾਦਵਿੰਦਰ ਜੀ, ਬਿਲਕੁਲ ਸਹੀ ਗੱਲ ਆ। ਇੱਕ ਇਮੋਸ਼ਨਲ ਪਹਿਲੂ ਸੀਗਾ ਵੀ ਅਸੀਂ ਆਪਣੇ ਘਰਾਂ ਕੋਲ ਜਾਣਾ ਹੈ ਤੇ ਸਰਕਾਰਾਂ ਨੇ ਸਾਨੂੰ ਜ਼ਬਰਦਸਤੀ ਬਿਠਾਤਾ ਅੰਦਰ, ਬਸ ਉਸ ਗੱਲ ਦੀ ਜ਼ਿੱਦ ਹੋ ਜਾਂਦੀ ਹੈ ਬਾਹਰ ਨਿਕਲਣ ਦੀ। ਨਹੀਂ ਤਾਂ ਕੋਈ ਰਾਸ਼ਨ ਪਿੱਛੇ ਕੋਈ ਭੁੱਖਾ ਤੇ ਆਇਆ ਨਹੀਂ ਚੱਲਦਾ। ਭੁੱਖਾ ਤੇ ਆਇਆ ਪਹਿਲਾਂ ਗੁਆਂਢ 'ਚ ਰਾਸ਼ਨ ਲੱਭਦਾ ਜੀ, ਪਹਿਲਾਂ ਭੁੱਖਾ ਤੇ ਆਇਆ 2000-4000 ਕਿਲੋਮੀਟਰ ਨੂੰ ਨਹੀਂ ਤੁਰ ਪੈਂਦਾ, ਕਿਉਂਕਿ ਪੰਜਾਬ ਦੇ ਵਿੱਚ ਕੋਈ ਭੁੱਖਪਰੀ ਨਾਲ ਨਹੀਂ ਮਰਦਾ। ਪੰਜਾਬ 'ਚ ਸਾਡੀਆਂ ਰਿਲੀਜੀਅਸ ਇੰਸਟੀਟਿਊਸ਼ਨਸ ਇੰਨੀਆਂ ਨੇ, NGOs ਇੰਨੀਆਂ ਨੇ, ਜੇ ਤੁਸੀਂ ਸਮਝੋ ਵੀ ਸਰਕਾਰ ਕਿੱਥੇ ਪਹੁੰਚ ਨਹੀਂ ਕਰ ਪਾ ਰਹੀ ਤਾਂ ਸਾਡੇ ਜਿਹੜੇ ਲੋਕ ਨੇ ਉਹ ਪਹੁੰਚ ਕਰਦੇ ਨੇ ਉੱਥੇ, ਉਹਨਾਂ ਤਾਈਂ ਉਹਨਾਂ ਨੂੰ ਕਿਸੇ ਨੂੰ ਭੁੱਖਿਆਂ ਰਹਿਣ ਨਹੀਂ ਦਿੰਦੇ। ਇਹ ਗੱਲ ਤਾਂ ਤੁਸੀਂ ਵੀ ਸਮਝੋਗੇ, ਮੈਂ ਵੀ ਜਾਣੂਗਾ। ਹਾਂ, ਜਿਹੜੀ ਰਹੀ ਅੱਜ ਦੇ ਇੰਤਜ਼ਾਮਾਂ ਦੀ ਗੱਲ, ਜਿਹੜਾ ਮੇਰਾ ਵੀਰ ਹੁਣੇ ਕਮਲ ਕਹਿ ਰਿਹਾ ਸੀਗਾ ਬਈ ਕੋਈ ਉੱਥੇ ਸਟੇਸ਼ਨਾਂ ਤੇ ਇੰਤਜ਼ਾਮ ਨਹੀਂ, ਡਾਕਟਰ ਇੱਕ ਹੀ ਹੈ, ਇਹਦੇ 'ਚ ਇੱਕ ਤਾਂ ਗੱਲ ਇਹ ਆ ਜਾਂਦੀ ਹੈ ਵੀ ਜਿਹੜੀ ਰੇਲਵੇ ਵੱਲੋਂ ਇਨਫੋਰਮੇਸ਼ਨ ਆਉਂਦੀ ਹੈ ਉਹ ਥੋੜੀ ਟਾਈਮਲੀ ਨਹੀਂ ਉਹ ਪਹੁੰਚਾ ਪਾਉਂਦੇ, ਕਿਉਂਕਿ ਹਲੇ ਆਪਰੇਸ਼ਨ ਚਾਲੂ ਹੋਇਆ ਜਿਹੜਾ 1-2 ਦਿਨਾਂ 'ਚ ਬਿਲਕੁਲ ਠੀਕ ਹੋ ਜਾਏਗਾ। ਪਰ ਇਹਨਾਂ ਸਾਰਿਆਂ ਦੇ ਵਿੱਚ ਮੈਂ ਇਸ ਮੌਕੇ ਤੇ ਇਸ ਪਲੇਟਫਾਰਮ ਨੂੰ ਯੂਜ਼ ਕਰੂੰਗਾ, ਜਿਹੜੀ ਸਭ ਤੋਂ ਵਧੀਆ ਚੀਜ਼ ਦੇਖਣ ਨੂੰ ਮਿਲੀ ਵੀ ਜਦੋਂ ਅਸੀਂ ਪਹਿਲੇ ਦਿਨ ਗੱਡੀ ਭੇਜਣੀ ਸੀਗੀ ਤੇ ਉਹਦੇ ਵਿੱਚ DC ਸਾਹਿਬ ਨੇ ਪੂਰਾ ਜ਼ੋਰ ਲਾ ਲਿਆ। 1170 ਬੰਦੇ ਪੂਰੇ ਹੀ ਨਹੀਂ ਕਰ ਪਾਏ, ਕਿਉਂਕਿ 900 ਬੰਦੇ ਉਹਦੇ 'ਚ ਗਏ। 300 ਬੰਦਿਆਂ ਨੇ ਤਾਂ ਇਹ ਕਿਹਾ ਵੀ ਸਾਡੀਆਂ ਫੈਕਟਰੀਆਂ ਚਾਲੂ ਹੋ ਗਈਆਂ। ਵਿੱਚੋਂ 40-50 ਇਹੋ ਜਿਹੇ ਬੰਦੇ ਸੀ ਜਿਹੜੇ ਕਹਿੰਦੇ ਅਸੀਂ ਸਿਰਫ ਟੈਸਟ ਕਰਨ ਨੂੰ, ਅਸੀਂ ਉਹਦੇ ਤੇ ਪੋਰਟਲ ਤੇ ਰਜਿਸਟਰ ਹੋਏ ਸੀ ਵੀ ਸਾਨੂੰ ਲੈ ਕੇ ਵੀ ਜਾਣਗੇ ਕਿ ਨਹੀਂ ਲੈ ਕੇ ਜਾਣਗੇ। ਪਰ ਸਰਕਾਰਾਂ ਨੇ, ਸਪੈਸ਼ਲੀ ਪੰਜਾਬ ਸਰਕਾਰ ਨੇ ਕਿਹਾ ਵੀ ਸਾਰਾ ਖਰਚਾ ਅਸੀਂ ਦੇਵਾਂਗੇ। ਉਹਨਾਂ ਨੇ 35 ਕਰੋੜ ਰੁਪਈਆ ਜਾਰੀ ਵੀ ਕਰ ਦਿੱਤਾ ਸਾਰੇ DC ਸਾਹਿਬਾਨਾਂ ਨੂੰ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਉੱਥੇ ਪਹੁੰਚਣ ਲਈ। ਹਾਂ ਠੀਕ ਹੈ, ਇਹ ਕਹਿੰਦੇ ਨੇ ਵੀ ਇੱਕ ਇਨਫਰਾਰੈਡ ਥਰਮਾਮੀਟਰ ਲੈ ਕੇ ਉੱਥੇ ਡਾਕਟਰ ਬੈਠੇ ਹੋਏ ਨੇ, ਇਹਨਾਂ ਸਾਰਿਆਂ ਦੇ ਇੱਕੋ ਦਮ ਟੈਸਟ ਨਹੀਂ ਹੋ ਸਕਦੇ। ਇਹਨਾਂ ਨੂੰ ਇੰਨੀ ਜ਼ਿਆਦਾ ਕਾਹਲ ਹੈ ਬਾਹਰ ਜਾਣ ਦੀ, ਜਿਹੜੇ ਬੰਦੇ ਥੋੜੇ ਕਾਹਲੇ ਨੇ ਵੀ ਸਾਨੂੰ ਕਿਸੇ ਤਰੀਕੇ ਬੈਠ ਜਾਓ। ਹੁਣ ਜਿਵੇਂ ਜਿਵੇਂ ਟ੍ਰੇਨਾਂ ਚੱਲਣ ਲੱਗੀਆਂ, ਅੱਜ ਵੀ ਲੁਧਿਆਣੇ ਤੋਂ 3-4 ਟ੍ਰੇਨਾਂ ਗਈਆਂ, ਜਲੰਧਰ ਤੋਂ ਵੀ ਗਈਆਂ, ਜਿਵੇਂ ਭਾਈ ਸਾਹਿਬ ਹੁਣੀ ਕਹਿ ਰਹੇ ਹੈ ਵੀ ਮੋਹਾਲੀ ਤੋਂ ਵੀ ਜਾ ਰਹੀਆਂ। ਤੁਸੀਂ ਕੱਲ ਤੱਕ ਦੇਖੋਗੇ ਬਿਲਕੁਲ ਨਾਰਮਲਾਈਜ਼ ਹੋ ਜਾਏਗਾ। ਕਮਲ ਸਾਡੇ ਨਾਲ ਅਸੀਂ ਪੁੱਛ ਲੈਂਦੇ ਆ ਕਿ ਵਾਕਈ ਉਹਨਾਂ ਨੂੰ ਸਭ ਕੁਝ ਮਿਲ ਰਿਹਾ ਜਾਂ ਉਹ ਕਾਲੇ ਨੇ ਜਾਂ ਉਹਨਾਂ ਨੂੰ ਲੋੜ ਨਹੀਂ। ਕਮਲ ਕਿਉਂਕਿ ਆਗੂ ਨੇ, ਉਹਨਾਂ 'ਚ ਹੀ ਰਹਿੰਦੇ ਨੇ, ਮਜ਼ਦੂਰਾਂ ਦੇ ਆਗੂ ਨੇ। ਕਮਲ ਇਹ ਦੱਸੋ, ਮੰਤਰੀ ਕਹਿ ਰਹੇ ਨੇ ਕਿ ਉਹਨਾਂ ਨੂੰ ਕਾਲੀ ਹੈ ਘਰ ਜਾਣ 'ਚ, ਕੋਈ ਹੋਮ ਸਿਕ ਵੀ ਫੀਲ ਕਰਦਾ। ਇੱਕ ਮੈਂ ਸਵਾਲ ਕਰਦਾ ਪੂਰਾ ਕਿ ਕਈ ਵਾਰ ਹੋਮ ਸਿਕ ਵੀ ਫੀਲ ਕਰਦਾ ਬੰਦਾ ਕਿ ਨਹੀਂ ਮੈਂ ਆਪਣੇ ਘਰ ਜਾਣਾ, ਉਹਨਾਂ ਨੂੰ ਇਹ ਕਾਲੀ ਹੈ ਜਾਂ ਤੁਹਾਨੂੰ ਲੱਗਦਾ ਕੋਈ ਪ੍ਰਬੰਧ ਨਹੀਂ ਹੈਗੇ, ਨਾ ਰੋਜ਼ਗਾਰ ਆ, ਨਾ ਉਹਨਾਂ ਦੇ ਲਈ ਖਾਣੇ ਪੀਣੇ ਦਾ ਪ੍ਰਬੰਧ ਆ, ਨਾ ਸਰਕਾਰ ਰਜਿਸਟ੍ਰੇਸ਼ਨ ਦਾ ਪ੍ਰਬੰਧ ਕਰ ਰਹੀ ਹੈ? ਇਹ ਉਹ ਵਿਅਕਤੀ ਨੇ ਜੀ ਜਿਹੜੇ ਪਿਛਲੇ 15-15 20-20 ਸਾਲ ਤੋਂ ਮੋਹਾਲੀ ਦੇ ਵਿੱਚ, ਲੁਧਿਆਣੇ ਦੇ ਵਿੱਚ, ਚੰਡੀਗੜ੍ਹ 'ਚ, ਅੰਮ੍ਰਿਤਸਰ, ਜਲੰਧਰ ਵਰਗੀਆਂ ਥਾਵਾਂ ਦੇ ਉੱਤੇ ਰਹਿ ਕੇ ਆਪਣੀ ਮਜ਼ਦੂਰੀ ਕਰ ਰਹੇ ਨੇ। ਉਹਨਾਂ ਨੂੰ ਹੋਮ ਸਿਕਨੈਸ ਜੇ ਕੋਈ ਕਹਿ ਰਿਹਾ ਹੈ ਤਾਂ ਫਿਰ ਉਹ ਭੁੱਲ ਰਿਹਾ ਹੈ ਕਿ ਹੋਮ ਸਿਕਨੈਸ ਉਹਨੂੰ ਹੁੰਦੀ ਹੈ ਜਿਹੜਾ ਅਚਾਨਕ ਕਿਤੇ ਹੋਸਟਲ ਦੇ ਵਿੱਚ ਬੱਚਾ ਪਹਿਲੀ ਵਾਰੀ ਜ਼ਿੰਦਗੀ 'ਚ ਘਰੋਂ ਨਿਕਲਿਆ ਤੇ ਪੜਨ ਗਿਆ ਤੇ ਉਹਨੂੰ ਹੋਮ ਸਿਕਨੈਸ ਹੋ ਜਾਂਦੀ ਹੁੰਦੀ ਹੈ ਪਹਿਲੇ ਸਾਲ ਦੇ ਵਿੱਚ। ਇਹ ਮਜ਼ਦੂਰ ਉਹ ਨੇ ਜਿਨ੍ਹਾਂ ਨੂੰ 15-15 ਸਾਲ ਹੋ ਗਏ ਨੇ, ਇਹਨਾਂ ਫੈਕਟਰੀਆਂ ਦੇ ਵਿੱਚ ਕੰਮ ਕਰ ਰਹੇ ਨੇ, ਇਹਨਾਂ ਮੁਹੱਲਿਆਂ ਦੇ ਵਿੱਚ ਰਹਿ ਰਹੇ ਨੇ। ਸੋ ਹੋਮ ਸਿਕਨੈਸ ਵਾਲੀ ਜਿਹੜੀ ਕਹਿ ਰਹੇ ਨੇ ਕਿ ਉਹਨਾਂ ਨੂੰ ਕਾਲੀ ਜਾਣ ਦੀ, ਉਹਨਾਂ ਨੂੰ ਜਾਣ ਦੀ ਕਾਲੀ ਹੈ, ਉਹ ਜਾਣਾ ਚਾਹੁੰਦੇ ਨੇ। ਹਾਂ, ਉਹਦੀ ਵਜ੍ਹਾ ਕੀ ਹੈ? ਉਹਨਾਂ ਨੂੰ ਜਾਣ ਦੀ ਕਾਲੀ ਕਿਉਂ ਹੈ? ਜਾਣ ਦੀ ਕਾਲੀ ਹੋਮ ਸਿਕਨੈਸ ਕਰਕੇ ਨਹੀਂ ਹੈ, ਉਹਨਾਂ ਨੂੰ ਜਾਣ ਦੀ ਕਾਲੀ ਕਿਸੇ ਘਰ ਦੇ ਮੋਹ ਕਰਕੇ ਨਹੀਂ ਹੈ। ਉਹਨਾਂ ਨੂੰ ਜਾਣ ਦੀ ਕਾਲੀ ਇਸ ਕਰਕੇ ਹੈ ਕਿਉਂਕਿ ਇੱਥੇ ਇੰਤਜ਼ਾਮ ਨਹੀਂ ਹੈਗੇ। ਇੱਥੇ ਬਿਲਕੁਲ ਇੰਤਜ਼ਾਮ ਇਹਨਾਂ ਦੇ ਫੇਲ ਹੋਏ ਨੇ। ਇਹ ਗਲਤ ਕਹਿ ਰਹੀ ਹੈ ਸਰਕਾਰ। ਜੇ ਸਰਕਾਰ ਇਹ ਕਹਿ ਰਹੀ ਹੈ ਵੀ ਹਰੇਕ ਕੋਲ ਰਾਸ਼ਨ ਦੀ ਘਾਟ ਨਹੀਂ ਹੈਗੀ, ਹਰੇਕ ਕੋਲ ਰਾਸ਼ਨ ਦੀ ਘਾਟ ਹੈ। ਤੁਸੀਂ ਕਹਿ ਰਹੇ ਹੋ ਕਿ ਅਗਲਾ ਪਹਿਲਾਂ ਆਪਣੇ ਪੜੋਸੀ ਤੋਂ ਮੰਗਦਾ, ਉਹਦੇ ਪੜੋਸੀ ਦੀ ਵੀ ਉਹੀ ਹਾਲਤ ਹੈ, ਇਸ ਕਰਕੇ ਨਹੀਂ ਮੰਗ ਰਿਹਾ ਉਹ ਪੜੋਸੀ ਤੋਂ। ਸਾਰਿਆਂ ਦੀ ਆਊਟਰਾਈਟਲੀ ਉਹੀ ਹਾਲਤ ਹੈ। ਸੈਕਿੰਡ ਥਿੰਗ, ਜਿਹੜੀ ਅਨਸਰਟੇਨਿਟੀ ਹੈ, ਇਹ ਜਿਹੜੇ ਹੁਣ ਮਾਈਗ੍ਰੇਸ਼ਨ ਹੋ ਰਹੀ ਹੈ, ਇਹ ਅਨਸਰਟੇਨਿਟੀ ਦੇ ਵਿੱਚੋਂ, ਡਰ ਦੇ ਵਿੱਚੋਂ, ਦਹਿਸ਼ਤ ਦੇ ਵਿੱਚੋਂ ਹੋ ਰਹੀ ਹੈ। ਇਹਨਾਂ ਨੂੰ ਬਿਲਕੁਲ ਕਲੀਅਰ ਨਹੀਂ ਹੈ ਕਿ ਇਹ ਫੈਕਟਰੀਆਂ ਜਿਹੜੀਆਂ ਨੇ ਕਦੀ ਖੁੱਲ ਸਕਣਗੀਆਂ ਕਿ ਨਹੀਂ। ਇਹਨਾਂ ਨੂੰ ਬਿਲਕੁਲ ਕਲੀਅਰ ਨਹੀਂ ਹੈ ਕਿ ਜਦੋਂ ਫੈਕਟਰੀਆਂ ਖੁੱਲਣਗੀਆਂ ਤਾਂ ਇਹੋ ਹੀ ਮਾਲਕ ਇਹਨਾਂ ਨੂੰ ਰੱਖ ਲੈਣਗੇ ਕਿ ਨਹੀਂ ਰੱਖ ਲੈਣਗੇ। ਇਸ ਕਿਸਮ ਦੀ ਕੋਈ ਗਾਰੰਟੀ ਸਰਕਾਰ ਉਹਨਾਂ ਨੂੰ ਨਹੀਂ ਕਰ ਸਕੀ ਹੈ। ਦੂਜੀ ਗੱਲ, ਜਿਹੜਾ ਕਰੋਨਾ ਦਾ ਐਕਚੁਅਲ ਜਿੰਨੀ ਦਹਿਸ਼ਤ ਹੈ ਉਸ ਤੋਂ ਕਿਤੇ ਜ਼ਿਆਦਾ ਦਹਿਸ਼ਤ, ਜਿਹੜੀ ਅਨਕਿਆਸੀ ਦਹਿਸ਼ਤ ਜਿਹੜੀ ਹੈਗੀ ਹੈ, ਜਿਹੜੀ ਅਨਸਾਇੰਟੀਫਿਕ ਦਹਿਸ਼ਤ ਉਸਦੀ ਜਿਹੜੀ ਨਾਲ ਫੈਲਾਈ ਗਈ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਾਰ ਤੰਤਰ ਰਾਹੀਂ, ਉਹਦਾ ਇੱਕ ਅਸਰ ਹੈਗਾ ਕਿ ਉਹਨਾਂ ਨੂੰ
ਬਿਲਕੁਲ ਕਲੀਅਰ ਨਹੀਂ ਹੈ ਕਿ ਅਸੀਂ ਇੱਥੇ ਰਹਿ ਪਾਵਾਂਗੇ, ਇੱਥੇ ਫੈਲ ਜਾਵਾਂਗੇ, ਇੱਥੇ ਸਾਰੇ ਮਰ ਜਾਣਗੇ, ਕੀ ਹੋਊਗਾ। ਸੋ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਉਹਦੇ ਚੋਂ ਹੋ ਰਹੀਆਂ ਨੇ। ਇਸ ਕਰਕੇ ਸਰਕਾਰ ਨੇ ਜੇ ਇਸ ਦਾ ਕੋਈ ਹੱਲ ਕਰਨਾ ਹੈ ਤਾਂ ਸਰਕਾਰ ਨੂੰ ਸਾਫ਼ ਤੌਰ ਦੇ ਉੱਤੇ ਇੰਡਸਟਰੀ ਦੇ ਨਾਲ ਗੱਲ ਕਰਨੀ ਪਊਗੀ, ਇੰਡਸਟਰੀ ਦੇ ਉੱਤੇ ਸਖਤੀ ਕਰਨੀ ਪਊਗੀ ਕਿ ਇੰਡਸਟਰੀ ਆਪਣੇ ਵਰਕਰ ਦੀ ਜ਼ਿੰਮੇਵਾਰੀ ਲਵੇ। ਇੰਡਸਟਰੀ ਨੇ ਨਾ ਐਡਵਾਂਸਿਸ ਦਿੱਤੇ ਨੇ, ਤੁਸੀਂ ਦੇਖੋ ਮੈਜੋਰਿਟੀ 90% ਇੰਡਸਟਰੀ ਨੇ ਆਪਣੇ ਵਰਕਰਸ ਨੂੰ ਪੈਸਾ ਨਹੀਂ ਦਿੱਤਾ। ਈਵਨ ਜਿਹੜੇ ਪਹਿਲਾਂ 21 ਤਰੀਕ ਤੋਂ ਜਿਹੜਾ ਲਾਕਡਾਊਨ ਹੋਇਆ ਸੀ ਮਾਰਚ ਤੋਂ, ਉਹਦਾ ਵੀ ਪੈਸਾ ਅਪ੍ਰੈਲ ਦੇ ਮਹੀਨੇ 'ਚ ਜਿਹੜਾ ਵੱਡੀ ਇੰਡਸਟਰੀ ਦਾਵਾ ਕਰ ਰਹੀ ਹੈ, ਜਿਵੇਂ ਓਸ਼ਵਾਲ ਗਰੁੱਪ ਦੇ ਨਾਲ ਅੱਜ ਸਾਡੀ ਗੱਲ ਹੋਈ ਸੀ, ਦਿੱਤੇ ਨੇ ਵਰਤਮਾਨ ਵਾਲੇ ਕਹਿੰਦੇ ਸੀ ਦਿੱਤੇ ਆ। ਜੀ ਵੱਡੀ ਇੰਡਸਟਰੀ ਨੇ ਕੁਝ ਇੱਕ ਨੇ ਦਿੱਤੇ ਨੇ। ਇਹ ਗੱਲ ਸਹੀ ਹੈ ਕਿ ਵੱਡੀ ਇੰਡਸਟਰੀ ਦੇ ਵਿੱਚ ਕੁਝ ਇੱਕ ਨੇ ਦਿੱਤਾ ਹੈ, ਲੇਕਿਨ ਵੱਡੀ ਇੰਡਸਟਰੀ ਕਿੰਨਾ ਮਜ਼ਦੂਰ ਖਪਾਉਂਦੀ ਹੈ? ਜਿਹੜਾ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਵੱਡੀ ਇੰਡਸਟਰੀ ਦਾ ਮਜ਼ਦੂਰ ਜਿਹੜਾ ਹੈ ਨਾ, ਉਹ ਮਜ਼ਦੂਰ ਵੱਖਰੇ ਕਿਸਮ ਦਾ ਮਜ਼ਦੂਰ ਹੈ। ਉਹਦਾ ਫਿਰ ਵੀ ਜਿਸ ਤਰ੍ਹਾਂ ਦੀ ਗੱਲ ਮੰਤਰੀ ਸਾਹਿਬ ਜਿਨ੍ਹਾਂ ਲੋਕਾਂ ਦੀ ਕਰ ਰਹੇ ਨੇ, ਉਹ ਉਸ ਕਿਸਮ ਦਾ ਥੋੜਾ ਜਿਹਾ ਮੱਧ ਵਰਗ ਦੇ ਵਿੱਚ ਆ ਚੁੱਕਿਆ ਵਰਕਰ ਹੈ। ਲੇਕਿਨ ਜਿਹੜੇ ਮਜ਼ਦੂਰ ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਪੈਦਲ ਤੁਰਨ ਤੱਕ ਆਤੁਰ ਹੋਏ ਨੇ, ਇਹ ਮਜ਼ਦੂਰ ਉਹ ਨੇ ਜਿਨ੍ਹਾਂ ਨੂੰ ਪਤਾ ਕਿ ਉਹਨਾਂ ਵਾਸਤੇ ਪ੍ਰਸ਼ਾਸਨ ਜਿਹੜਾ ਹਮੇਸ਼ਾ ਡੰਡੇ ਨਾਲ ਜਵਾਬ ਲੈ ਲਈਏ। ਮੰਤਰੀ ਤੇ ਜਵਾਬ ਲੈਣੇ, ਇਹ ਗੱਲ ਮੈਨੂੰ ਇੱਕ ਵਾਰੀ ਪੂਰਾ ਜ਼ੋਰ ਦਿੰਦੇ ਕਹਿਣ ਦਿਓ ਕਿ ਮੰਤਰੀ ਸਾਹਿਬ ਇਸ ਗੱਲ ਦਾ ਜਵਾਬ ਦੇਣ ਕਿ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਡਾਂਗ ਫੇਰੀ ਆ ਮਜ਼ਦੂਰਾਂ ਦੇ ਉੱਤੇ। ਇਹ ਡਾਂਗ ਮਾਰ ਕੇ ਭਜਾਏ ਨੇ ਤੁਸੀਂ ਕਹਿ ਰਹੇ ਹੋ ਹੋਮ ਸਿਕ ਹੋ ਕੇ, ਪਰ ਤੁਸੀਂ ਦਹਿਸ਼ਤ ਫੈਲਾ ਕੇ ਤੁਸੀਂ ਡਾਂਗ ਮਾਰ ਕੇ ਇਹਨਾਂ ਨੂੰ ਭਲਾਇਆ। ਆਸ਼ੂ ਜੀ, ਕੀ ਵਿਸ਼ਵਾਸ ਇਹਨਾਂ ਮਜ਼ਦੂਰਾਂ ਨੂੰ ਸਰਕਾਰ ਤੇ ਇੰਡਸਟਰੀਅਲਿਸਟਾਂ ਤੇ ਜਾਂ ਸਰਕਾਰ ਭਰੋਸਾ ਨਹੀਂ ਜਿਤਾ ਸਕੀ, ਇਸ ਕਰਕੇ ਜਾ ਰਹੇ ਨੇ? ਆਸ਼ੂ ਜੀ, ਮੇਰੇ ਵੀਰ ਨੇ ਯਾਦਵਿੰਦਰ ਜੀ, ਮੇਰੇ ਵੀਰ ਨੇ ਕਾਫੀ ਗੱਲਾਂ ਸੈਲਫ ਕੰਟਰਾਡਿਕਟਰੀ ਕਰ ਲੀਆਂ। ਜੇ ਇਹਨਾਂ ਨੂੰ ਰਾਸ਼ਨ ਨਹੀਂ ਮਿਲਿਆ ਤਾਂ ਇਹ 50 ਦਿਨ ਇੱਥੇ ਲਾਕਡਾਊਨ 'ਚ ਰਹੇ ਕਿੱਦਾਂ? ਐਦਾਂ ਨਾ ਕਰੋ, ਆਪਣੇ ਪੰਜਾਬ ਨੂੰ ਨਿੰਦੋ ਨਾ। ਪੰਜਾਬ ਨੇ ਸਾਰੀ ਹਿੰਦੁਸਤਾਨ ਦਾ ਢਿੱਡ ਭਰਿਆ ਤੇ ਆਪਣਾ ਭਾਈਚਾਰਾ ਜਿਹੜਾ ਪੰਜਾਬ 'ਚ ਰਹਿੰਦਾ ਆ ਉਹਦਾ ਕਿੱਥੋਂ ਖਿਆਲ ਨਹੀਂ ਰੱਖਣਗੇ? ਦੂਸਰੀ ਗੱਲ, ਜਿਹੜੇ ਕੱਲ ਪਹਿਲੀ ਗੱਡੀ ਤੁਰੀ ਜਲੰਧਰ ਤੋਂ, ਸਾਰੇ ਅੱਜ ਸੋਸ਼ਲ ਮੀਡੀਆ 'ਚ ਹੈ, ਜੇ ਉਹ ਭੁੱਖੇ ਹੁੰਦੇ ਤਾਂ ਉਹ ਆਪਣਾ ਰੋਲ ਅਦਾ ਕਰ ਸਕੀ। ਕੋਈ 2 ਮਿੰਟ ਯਾਰ ਸੁਣ ਵੀ ਲੈ, ਕੋਈ ਗੱਲ ਨਹੀਂ। ਜਦੋਂ ਜਲੰਧਰ ਤੋਂ ਗੱਡੀ ਚੱਲੀ, ਜਿਹੜੀ ਸਰਕਾਰ ਨੇ ਮਜ਼ਦੂਰਾਂ ਨੂੰ ਰਾਸ਼ਨ ਦਿੱਤਾ, ਉਹ ਉਹਨਾਂ ਨੇ ਚੱਕ ਕੇ ਪਲੇਟਫਾਰਮ ਤੇ ਮਾਰਿਆ। ਜੇ ਢਿੱਡ ਰੱਜਿਆ ਭਾਜੀ ਤਾਂ ਹੀ ਸਿੱਟਿਆ ਜਾਂਦਾ ਹੈ, ਭੁੱਖਾ ਕੋਈ ਰਾਸ਼ਨ ਸਿੱਟਦਾ ਨਹੀਂ। ਇਹ ਗੱਲ ਯਾਦ ਰੱਖਣੀ ਚਾਹੀਦੀ। ਆਪਾਂ ਆਪਣੇ ਮੁਲਕ ਨੂੰ, ਆਪਣੇ ਸੂਬੇ ਨੂੰ ਨਿੰਦੀਏ ਨਾ। ਸਰਕਾਰ ਜਿੱਥੇ ਫੇਲ ਹੁੰਦੀ ਹੈ ਸਰਕਾਰ ਦੇ ਨਾਲ ਖੜੋ। ਸਰਕਾਰ ਸਭ ਨੂੰ ਕਹਿੰਦੀ ਹੈ ਤੁਸੀਂ ਵੀ ਸੁਜੈਸ਼ਨ ਦਿਓ, ਅਸੀਂ ਤੁਹਾਡੇ ਸੁਜੈਸ਼ਨਾਂ ਤੇ ਜਿੱਥੇ ਕਮਜ਼ੋਰੀ ਹੈ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਹ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਹੈ, ਇਹਨੇ ਸਾਡੀ ਕਿਸਾਨੀ ਤੇ ਸਾਡੀ ਸਨਅਤ ਨੂੰ ਹਮੇਸ਼ਾ ਹੀ ਸਾਂਭ ਕੇ ਰੱਖਿਆ। ਅਸੀਂ ਮਜ਼ਦੂਰ ਭਾਈਚਾਰੇ ਨੂੰ ਦੂਰ ਨਹੀਂ ਹੋਣਾ ਦੇਣਾ ਚਾਹੁੰਦੇ। ਮੈਂ ਵੀ ਕੰਮ ਵਾਲਾ, ਮੇਰੇ ਵੀ ਬੰਦੇ ਨੇ ਜਿਹੜੇ ਹੋਲੇ ਵੇਲੇ ਛੁੱਟੀਆਂ ਲੈ ਕੇ ਪਿੰਡਾਂ 'ਚ ਗਏ ਸੀ, ਰੋਜ਼ ਫੋਨ ਕਰ ਰਹੇ ਆ ਵੀ ਅਗਰ गाड़ी चलेगी तो हम वापस आएंगे। साडा भाईचारा वापस आने ਨੂੰ ਵੀ ਤਿਆਰ ਬੈਠਾ ਹੈ। ਐਸੀ ਕੋਈ ਗੱਲ ਨਹੀਂ, ਇਹ ਇਮੋਸ਼ਨਲ ਇਸ਼ੂਜ਼ ਨੇ, ਇੱਕ ਅਨਰੈਸਟ ਹੈ ਲੋਕਾਂ ਦੇ ਵਿੱਚ ਵੀ, ਪਤਾ ਨਹੀਂ ਕੀ ਹੋ ਗਿਆ। ਇੱਕੋ ਦਮ ਤਾਰ ਦਿੱਤੇ ਗਏ ਅੰਦਰ ਤੇ ਲੋਕ ਨਿਕਲ ਕੇ ਬਾਹਰ ਜਾ ਰਹੇ। ਜੇ ਕਾਂਕੜਾ ਦਿੱਤਾ ਨਿਊਜ਼ 18 ਨੂੰ ਕਿ ਆ ਰਹੇ ਨੇ, ਪਰ ਆਸ਼ੂ ਜੀ ਬੇਭਰੋਸਗੀ ਹੈ। ਇੱਕ ਸਿੱਧਾ ਸਵਾਲ, ਬੇਭਰੋਸਗੀ ਹੈ, ਭਰੋਸਾ ਨਹੀਂ ਸਰਕਾਰ ਤੇ ਇਹਨਾਂ ਨੂੰ, ਅਗਰ ਜੇ ਜਾ ਰਹੇ ਨੇ ਅਗਰ ਬੇਭਰੋਸਗੀ ਹੈ ਤਾਂ ਸਾਡਾ ਫਰਜ਼ ਬਣਦਾ ਹੈ, ਸਾਡੇ ਸਾਰੇ ਲੀਡਰਸ ਦਾ ਫਰਜ਼ ਬਣਦਾ ਹੈ, ਮਜ਼ਦੂਰ ਲੀਡਰਸ ਦਾ ਫਰਜ਼ ਬਣਦਾ ਹੈ, ਉਹਨਾਂ ਤੇ ਭਰੋਸਾ ਆਪਾਂ ਬਣਾਈਏ। ਤੁਸੀਂ ਸਾਡੇ ਨਾਲ ਬੈਠੋ, ਉਹਨਾਂ ਦੀਆਂ ਜਿਹੜੀਆਂ ਗੱਲਾਂ ਜਿਹਦਾ ਕਰਕੇ ਉਹਨਾਂ ਦਾ ਭਰੋਸਾ ਟੁੱਟਿਆ ਸਾਡੇ ਨਾਲ ਡਿਸਕਸ ਕਰੋ, ਅਸੀਂ ਭਰੋਸਾ ਬਹਾਲ ਕਰਾਂਗੇ। ਸਾਰੀ ਇੰਡਸਟਰੀ ਹੌਲੀ ਹੌਲੀ ਖੁੱਲਣ ਜਾ ਰਹੀ ਹੈ, ਕਾਫੀ ਇੰਡਸਟਰੀ ਖੁੱਲੀ ਵੀ ਹੈ ਔਰ ਉਹਨਾਂ 'ਚ ਮਜ਼ਦੂਰ ਭਾਈਚਾਰਾ ਕੰਮ ਵੀ ਕਰ ਰਿਹਾ ਹੈ। ਅੱਜ ਵੀ ਮੇਰੀ 2-3 DC ਸਾਹਿਬਾਨਾਂ ਨਾਲ ਗੱਲ ਹੋਈ, ਉਹ ਗ੍ਰੈਜੂਅਲੀ ਸਾਰਿਆਂ ਨੂੰ ਪਰਮਿਟ ਕਰਦੇ ਜਾ ਰਹੇ ਨੇ। ਤੇ ਜਿਹੜੇ ਜਾ ਵੀ ਰਹੇ ਨੇ ਲੋਕ, ਜਦੋਂ ਤੁਸੀਂ ਸਟੇਸ਼ਨ ਤੇ ਉਹਨਾਂ ਨਾਲ ਗੱਲ ਕਰੋ, ਜਿੰਨਾ 'ਚ ਨਾ ਉਮੀਦੀ ਨਹੀਂ ਹੈ, ਉਹ ਇਸ ਉਮੀਦ ਨਾਲ ਜਾ ਰਹੇ ਹੈ ਇੱਕ ਵਾਰ ਪਰਿਵਾਰਾਂ ਨੂੰ ਮਿਲ ਕੇ ਅਸੀਂ ਵਾਪਸ ਆਈਏ। ਤੁਹਾਨੂੰ ਲੱਗਦਾ ਨਹੀਂ ਇਹ ਐਡਮਿਨਿਸਟ੍ਰੇਟਿਵ ਫੇਲਿਅਰ ਹੈ, ਇਹ ਪ੍ਰਸ਼ਾਸਨ ਦਾ ਫੇਲਿਅਰ ਹੈ? ਅਗਰ ਕੋਈ ਲੁਧਿਆਣਿਓਂ ਸੜਕ ਤੇ ਨਿਕਲ ਗਿਆ ਝੋਲਾ ਚੱਕ ਕੇ, ਬੈਗ ਚੁੱਕ ਕੇ, ਤਾਂ ਇਹ ਪ੍ਰਸ਼ਾਸਨ ਦਾ ਫੇਲਿਅਰ ਹੈ। ਉਹਨੂੰ ਉੱਥੇ ਰੋਕਿਆ ਜਾਣਾ ਚਾਹੀਦਾ ਸੀ ਕਿ ਤੁਹਾਡਾ ਅਸੀਂ ਇੰਤਜ਼ਾਮ ਕਰਦੇ ਆ, ਤੁਸੀਂ ਇੱਥੇ ਬੈਠੋ, ਖਾਣ ਪੀਣ ਦਾ ਪ੍ਰਬੰਧ ਕਰਦੇ ਆ, ਉਸ ਤੋਂ ਬਾਅਦ ਤੁਹਾਨੂੰ ਯੂਪੀ, ਬਿਹਾਰ ਜਿੱਥੇ ਵੀ ਜਾਣਾ ਉੱਥੇ ਭੇਜਾਂਗੇ। ਤੁਹਾਨੂੰ ਲੱਗਦਾ ਇਹ ਪ੍ਰਸ਼ਾਸਨਿਕ ਫੇਲਿਅਰ ਹੈ? ਮੈਂ ਪ੍ਰਸ਼ਾਸਨ ਦੀ ਬਹੁਤ ਇਸ ਵੇਲੇ ਸ਼ਲਾਘਾ ਕਰੂੰਗਾ। 1-2 ਜਿਹੜੇ ਖਬਰਾਂ ਆਈਆਂ ਲੁਧਿਆਣੇ ਤੋਂ, 1-2 ਵਾਰੀ ਮਜ਼ਦੂਰ ਬਾਹਰ ਨਿਕਲੇ, ਉੱਥੇ ਬਕਾਇਦਾ ਸਾਡੇ DC CP ਜਾ ਕੇ ਉਹਨਾਂ ਦੇ ਵਿੱਚ ਬੈਠੇ, ਉਹਨਾਂ ਨਾਲ ਗੱਲਾਂ ਬਾਤਾਂ ਸਾਂਝੀਆਂ ਕਰੀਆਂ ਤੇ ਉਸ ਤੋਂ ਬਾਅਦ ਉੱਥੋਂ ਕੋਈ ਖਬਰ ਇਹੋ ਜਿਹੀ ਨਹੀਂ ਆਈ ਦੁਬਾਰਾ ਅਨਰੈਸਟ ਦੀ। ਦੂਸਰੀ ਕਾਲਨੀ 'ਚ, ਕਿਉਂਕਿ ਲੁਧਿਆਣੇ ਸ਼ਹਿਰ 'ਚ ਮਾਈਗ੍ਰੈਂਟ ਲੇਬਰ ਹੈ ਹੀ ਬਹੁਤ। ਇੱਕ ਨਵਾਂ ਲੁਧਿਆਣਾ, ਇੱਥੇ 5.5 ਲੱਖ ਦੇ ਕਰੀਬ ਕੱਲੇ ਲੁਧਿਆਣੇ 'ਚ ਹੀ ਸਾਡੀ ਮਾਈਗ੍ਰੈਂਟ ਲੇਬਰ ਬੈਠੀ ਹੈ। ਔਰ ਤੁਸੀਂ ਇਹ ਦੇਖੋ ਵੀ 50 ਦਿਨਾਂ 'ਚ ਕੋਈ ਅਣਸੁਖਾਵੀ ਘਟਨਾ
ਲੁਧਿਆਣੇ 'ਚ ਨਹੀਂ ਵਾਪਰੀ। ਕੋਸ਼ਿਸ਼ ਇਹੀ ਹੋਈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੀ, ਸਰਕਾਰ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਥਰੂ ਕੋਸ਼ਿਸ਼ ਕੀਤੀ। ਮੈਂ ਨਹੀਂ ਕਹਾਂਗਾ ਕੋਸ਼ਿਸ਼ਾਂ ਕਾਮਯਾਬ ਰਹੀਆਂ, ਉਹਦੇ ਨਾਲ ਸਹਾਇਤਾ ਸੀਗੀ, NGOs ਨੇ ਕੀਤੀ। ਪਰ ਜਿਹੜੇ ਕਮਲ ਕਹਿ ਰਹੇ ਨੇ ਕਿ ਡੰਡੇ ਮਾਰੇ ਪ੍ਰਸ਼ਾਸਨ ਨੇ ਹੀ, ਪੁਲਿਸ ਨੇ ਹੀ ਡੰਡੇ ਮਾਰੇ, ਕੁੱਟੇ ਮਜ਼ਦੂਰ, ਅਣਸੁਖਾਵੀ ਘਟਨਾ ਪੂਰੇ ਪੰਜਾਬ 'ਚ ਹੋਈਆਂ ਨੇ ਜੀ। ਮੰਤਰੀ ਸਾਹਿਬ, ਅਣਸੁਖਾਵੀਆਂ ਘਟਨਾਵਾਂ ਸਿਰਫ ਲੁਧਿਆਣੇ 'ਚ ਹੀ ਨਹੀਂ, ਪੂਰੇ ਪੰਜਾਬ ਦੇ ਵਿੱਚ ਹੋਈਆਂ ਨੇ, ਜਿੱਥੇ ਵੱਡੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੂੰ ਅਸੀਂ ਆਪਦੀਆਂ ਅੱਖਾਂ ਦੇ ਨਾਲ ਬੜੀ ਜਗ੍ਹਾ ਦੇਖਿਆ। ਰਾਹ ਦੇ ਉੱਤੇ ਤੁਰੇ ਜਾਈਏ, ਅਸੀਂ ਦੇਖਦੇ ਹਾਂ ਉਹਨਾਂ ਨਾਲ ਡੰਡਾ ਮਾਰੇ ਬਿਨਾਂ ਗੱਲ ਨਹੀਂ ਕੋਈ ਕਰ ਰਿਹਾ ਇਸ ਵੇਲੇ ਪੁਲਿਸ ਵਾਲਾ। ਇਹ ਸਥਿਤੀ ਤੁਸੀਂ ਮਤਲਬ ਪੰਜਾਬ ਦੇ ਲੋਕ ਸੁਣ ਰਹੇ ਨੇ, ਉਹ ਜੱਜ ਕਰ ਸਕਦੇ ਨੇ ਕਿ ਮੰਤਰੀ ਸਾਹਿਬ ਜ਼ਿਆਦਾ ਸੱਚ ਬੋਲ ਰਹੇ ਨੇ ਕਿ ਮੈਂ ਜ਼ਿਆਦਾ ਸੱਚ ਬੋਲ ਰਿਹਾ। ਸਾਰੇ ਪੰਜਾਬ ਦੇ ਲੋਕ ਇਸ ਗੱਲ ਦੇ ਗਵਾਹ ਨੇ। ਬਿਲਕੁਲ ਸਾਰੇ ਕਮਲਜੀਤ ਜੀ ਸਾਰੇ ਪੰਜਾਬ ਦੇ ਲੋਕ ਦੇਖ ਰਹੇ ਆ, ਗੱਲ ਹੀ ਨਹੀਂ ਕਰ ਰਹੇ ਉਹਨਾਂ ਪੰਜਾਬ ਦੇ। ਇਹ ਹੈ ਬੇਭਰੋਸਗੀ ਦੀ ਵਜ੍ਹਾ। ਇਹ ਦੂਜੀ ਗੱਲ ਪ੍ਰਸ਼ਾਸਨ ਦਾ, ਜੇ ਤੁਸੀਂ ਕਹਿ ਰਹੇ ਹੋ ਨਾ ਡੀਸੀ ਸਾਹਿਬ ਉੱਥੇ ਗਏ, ਜੇ ਪੰਜਾਬ ਪੁਲਿਸ ਨੇ ਕਿਤੇ ਸਖਤੀ ਕਰੀ ਹੈ, ਕਮਲਜੀਤ ਜੀ ਸੁਣੋ ਵੀ, ਜੇ ਸਖਤੀ ਕਰੀ ਹੈ ਉਹਨਾਂ ਪੰਜਾਬ ਦੇ ਲੋਕਾਂ ਵਾਸਤੇ ਹੀ ਕਰੀ ਹੈ। ਬਈ ਜੋ ਪ੍ਰੋਟੋਕਾਲ ਇਸ਼ੂ ਹੋਏ ਨੇ ਸਰਕਾਰ ਦੇ, ਉਹ ਭਰੋਸਾ ਨਹੀਂ ਪਾਲਣਾ ਕੀਤੀ ਜਾਵੇ। ਘਰਾਂ 'ਚ ਬੈਠੋ, ਇਸ ਕਰਕੇ ਵੀਰ ਇੰਨੀ ਉੱਚੀ ਉੱਚੀ ਔਰ ਕਾਲੀ ਕਾਲੀ ਬੋਲਣਾ ਪੰਜਾਬ ਦੇ ਲੋਕ ਤੇ ਤੁਹਾਨੂੰ ਸੁਣਦੇ ਆ, ਸਾਨੂੰ ਵੀ ਸੁਣਦੇ ਆ। ਜੇ ਲੇਬਰ ਦੇ ਤੁਸੀਂ ਆਗੂ ਹੋ ਤੇ ਅਸੀਂ ਵੀ ਉਹਨਾਂ ਨੂੰ ਹੀ ਰਿਪਰੈਜ਼ੈਂਟ ਕਰਦੇ ਆ। ਸਾਡੀ ਵੀ ਉਨੀ ਹੀ ਫਰਜ਼ ਬਣ ਜਾਂਦਾ ਵੀ ਅਸੀਂ ਉਹਨਾਂ ਦਾ ਸਾਥ ਦਈਏ, ਉਹਨਾਂ ਦੇ ਨਾਲ ਖੜੀਏ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰੀਏ। ਤੇ ਉਹ ਸਰਕਾਰ ਜ਼ਰੂਰਤਾਂ ਪੂਰੀਆਂ ਕਰਨ 'ਚ ਮੇਰਾ ਖਿਆਲ ਨਹੀਂ ਤਾਂ 100% ਨਹੀਂ ਤਾਂ 99% ਕਾਮਯਾਬ ਜ਼ਰੂਰ ਰਹੀ ਹੈ। ਅਸੀਂ 1-ਅੱਧਾ% ਕਿਤੇ ਫੇਲ ਹੋਏ ਆ ਤਾਂ ਤੁਸੀਂ ਸੁਜੈਸ਼ਨ ਦਿਓ, ਕੰਪਲੇਂਟ ਕਰੋ, ਅਸੀਂ ਉਹਨੂੰ ਵੀ ਠੀਕ ਕਰਾਂਗੇ ਯਾਰ। ਤਾਂ ਆਸ਼ੂ ਜੀ, ਇੱਕ ਮੇਰਾ ਬਸ ਲਾਸਟ ਸਵਾਲ, ਅਸੀਂ ਡਿਬੇਟ ਦਾ ਅੰਤ ਕਰਨ ਲੱਗੇ ਹਾਂ। ਆਸ਼ੂ ਜੀ, ਲਾਸਟ ਸਵਾਲ ਮੇਰਾ ਇਹ ਆ, ਹੁਣ ਮੰਨ ਲਈਏ ਘੱਟੋ ਘੱਟ ਤੁਸੀਂ ਇੱਕ ਐਸੇ ਤੋਂ ਜਿਹੜੇ ਵਿਚਾਰੇ ਘੱਟੋ ਘੱਟ ਤੁਸੀਂ ਮੰਤਰੀ ਹੋ, ਲੁਧਿਆਣੇ ਤੋਂ ਲੈ ਕੇ ਖੰਨੇ ਤੱਕ, ਰਾਜਪੁਰੇ ਤੱਕ, ਤੁਸੀਂ ਕੁਝ ਵੀ ਪ੍ਰਸ਼ਾਸਨ ਨੂੰ ਕਹਿ ਸਕਦੇ ਹੋ, ਆਪਣੇ MLAs ਨੂੰ ਕਹਿ ਸਕਦੇ ਹੋ, ਇਹ ਜਿਹੜੀ ਰੋਡ ਚੈੱਕ ਕਰਵਾ ਲਓ, ਚਾਹੇ ਤੁਸੀਂ ਰਾਤ ਨੂੰ ਚੈੱਕ ਕਰਵਾ ਲਓ, ਹੁਣ ਕਰਵਾ ਲਓ, ਵੱਡੇ ਪੱਧਰ ਤੇ ਘੱਟੋ ਘੱਟ ਹੁਣ ਕੋਈ ਇੰਤਜ਼ਾਮ ਹੋ ਜਾਏਗਾ। ਜੇ ਆਪਾਂ ਸਿੱਟਾ ਕੱਢਣਾ ਹੋਵੇ ਡਿਬੇਟ ਦਾ, ਕੋਈ ਇੰਤਜ਼ਾਮ ਹੋਏਗਾ ਹੁਣ ਇਹਨਾਂ ਲਈ ਜਿਹੜੇ ਸੜਕਾਂ ਤੇ ਨੇ ਵਿਚਾਰੇ? ਬਿਲਕੁਲ ਇੰਤਜ਼ਾਮ ਕੀਤਾ ਜਾਏਗਾ ਜੀ, ਇਹਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ। ਮੈਂ ਤੁਹਾਡੇ ਪਲੇਟਫਾਰਮ ਰਾਹੀਂ, ਤੁਹਾਡੇ ਇਸ ਚੈਨਲ ਦੇ ਪਲੇਟਫਾਰਮ ਰਾਹੀਂ ਕਹਿਣਾ, ਅੱਗੇ ਵੀ ਪ੍ਰੋਕਿਉਰਮੈਂਟ ਵੇਲੇ ਜਾਂ ਡਿਸਟ੍ਰੀਬਿਊਸ਼ਨ ਵੇਲੇ ਜਿਹੜੀਆਂ ਗੱਲਾਂ ਆਪਾਂ ਇੱਥੇ ਕਰਕੇ ਗਏ ਹਾਂ, ਇਨ ਬਿਨ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਇਹ ਵੀ ਅਗਰ ਕੋਈ ਮਜ਼ਦੂਰ ਭਾਈਚਾਰੇ ਤੱਕ ਤੁਸੀਂ ਸੁਨੇਹਾ ਪਹੁੰਚਾ ਸਕਦੇ ਹੋ ਤਾਂ ਉਹਨਾਂ ਤਾਈਂ ਜ਼ਰੂਰ ਪਹੁੰਚਾਓ। ਬਈ ਬਿਲਕੁਲ ਘਬਰਾਉਣ ਦੀ ਕੋਈ ਲੋੜ ਨਹੀਂ, ਤੁਹਾਡੀ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜਾਏਗਾ। ਇੰਡਸਟਰੀ ਨਾਲ ਬਿਲਕੁਲ ਗੱਲਬਾਤ ਚੱਲਦੀ ਹੈ, ਉਹ ਤਤਪਰ ਹੈ ਸਾਰੇ ਖੋਲ੍ਹਣ ਨੂੰ, ਉਹ ਤੁਹਾਨੂੰ ਉਹ ਐਜ਼ ਇਟ ਇਜ਼ ਹੀ ਨੌਕਰੀਆਂ ਤੇ ਵਾਪਸ ਲਿਜਾਣ ਨੂੰ ਤਿਆਰ ਹੈ। ਪਰ ਥੋੜਾ ਜਿਹਾ ਟਾਈਮ ਲੱਗ ਰਿਹਾ ਕਿਉਂਕਿ ਹਾਲਾਤ ਨਾਸਾਜ ਨੇ, ਇਹ ਕਿਤੇ ਸਮਝਦੇ ਨਹੀਂ। ਜਿਵੇਂ ਭਾਈ ਸਾਹਿਬ ਨੇ ਕਿਹਾ ਡੰਡਾ ਚਲਾਇਆ, ਡੰਡਾ ਤਾਂ ਪੰਜਾਬੀਆਂ ਤੇ ਵੀ ਚੱਲਿਆ ਭਾਈ ਸਾਹਿਬ, ਜਿਨ੍ਹਾਂ ਨੇ ਇਸ ਵੇਲੇ ਕਰਫਿਊ ਤੋੜਿਆ, ਜਿਨ੍ਹਾਂ ਨੇ ਕਰਫਿਊ 'ਚ ਬਾਹਰ ਨਿਕਲ ਕੇ ਕੋਈ ਤਫਰੀ ਕਰਨ ਦੀ ਕੋਸ਼ਿਸ਼ ਕੀਤੀ, ਸਭ ਤੇ ਹੀ ਸਖਤੀ ਹੋਈ ਹੈ, ਕੋਈ ਮਜ਼ਦੂਰਾਂ ਤੇ ਅਲੱਗ ਨਹੀਂ ਹੋਈ। ਕਿਉਂਕਿ ਕੋਰੋਨਾ 'ਚ ਹਾਲਾਤ ਇਹੋ ਜਿਹੇ ਸੀ, ਸਭ ਨੂੰ ਬਚਾਉਣ ਦੀ ਲੋੜ ਸੀ। ਇਹ ਸਖਤੀ ਉਹਨਾਂ ਦੀ ਆਪ ਦੀ ਸਿਹਤ ਵਾਸਤੇ, ਪੰਜਾਬ ਦੀ ਸਿਹਤ ਵਾਸਤੇ ਜ਼ਰੂਰੀ ਸੀ। ਅਸੀਂ ਉਮੀਦ ਕਰਦੇ ਹਾਂ ਟਾਈਮ ਨਹੀਂ ਹੈਗਾ ਸਾਡੇ ਕੋਲ। ਬੇਨਤੀ ਮੇਰੀ ਜਾਂਦੇ ਜਾਂਦੇ ਲੈ ਲਿਓ ਜੀ। ਇੱਕ ਤੇ ਜਿਹੜਾ ਤੁਸੀਂ ਹੁਣ ਸਾਡੇ ਕੋਲ ਟਾਈਮ ਨਹੀਂ ਹੈਗਾ ਕਮਲ ਸਰ, ਜਿਹੜਾ ਤੁਸੀਂ ਇਸ ਵੇਲੇ ਆਰਡਰ ਦੇਣਾ, ਮੈਨੂੰ ਪੂਰਾ ਪਤਾ ਵੀ ਤੁਹਾਡੀ ਪੁਲਿਸ ਨੇ ਇਸ ਨੂੰ ਲਾਗੂ ਕਿਵੇਂ ਕਰਨਾ। ਆਸ਼ੂ ਜੀ, ਸਾਡੇ ਕੋਲ ਟਾਈਮ ਇੰਨਾ ਹੀ ਸੀਗਾ। ਆਸ਼ੂ ਜੀ ਤੁਹਾਡਾ ਧੰਨਵਾਦ, ਔਰ ਕਮਲ ਜੀ ਤੁਹਾਡਾ ਬਹੁਤ ਧੰਨਵਾਦ ਇਸ ਪੂਰੀ ਚਰਚਾ ਸ਼ਾਮਲ ਹੋਣ ਲਈ। ਮਸਲਾ ਇਹੀ ਹੈ ਕਿ ਜਿਹੜੇ ਲੋਕ ਸਮਾਜ ਲਈ, ਗਰੀਬ ਮਜ਼ਦੂਰ ਹਮੇਸ਼ਾ ਇੰਡਸਟਰੀ ਲਈ, ਖੇਤੀਬਾੜੀ ਲਈ ਕੰਮ ਕਰਦੇ ਨੇ, ਇਸ ਦੇਸ਼ ਨੂੰ ਬਣਾਉਂਦੇ ਮਜ਼ਦੂਰ ਨੇ, ਤਾਂ ਉਹਨਾਂ ਮਜ਼ਦੂਰਾਂ ਦਾ ਖਿਆਲ ਦੇਸ਼ ਦੀਆਂ ਸਰਕਾਰਾਂ ਨੂੰ ਰੱਖਣਾ ਚਾਹੀਦਾ। ਇਸੇ ਕਰਕੇ ਅਸੀਂ ਇਸ ਤੇ ਚਰਚਾ ਕਰ ਰਹੇ ਸੀ। ਇੱਕ ਬ੍ਰੇਕ ਲਈ ਰੁਕਦੇ ਹਾਂ। ਬਲਵਿੰਦਰ 16 channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states,
1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters, 66.9 crore viewers. India's largest news network, News 18 Network. Sixteen channels, 15 languages, 26 states, 1,200 plus reporters, 66.9 crore viewers. India's largest news network, News 18 Network. ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਚਰਚਾ ਅਸੀਂ ਕਰਾਂਗੇ ਅੱਜ ਇੰਡਸਟਰੀ ਦੇ ਉੱਤੇ। ਅਸੀਂ ਲਗਾਤਾਰ ਇੰਡਸਟਰੀਅਲਿਸਟਾਂ ਨਾਲ ਗੱਲ ਕਰ ਰਹੇ ਹਾਂ ਕਿਉਂਕਿ ਇੰਡਸਟਰੀ ਦੇ ਨਾਲ ਇਕਨੋਮੀ ਦਾ ਪਹੀਆ ਘੁੰਮਦਾ, ਯਾਨੀ ਆਰਥਿਕਤਾ ਅੱਗੇ ਇੰਡਸਟਰੀ ਦੇ ਜ਼ਰੀਏ ਵਧਦੀ ਹੈ। ਮੇਜਰ ਫੈਕਟਰ ਇੰਡਸਟਰੀ ਵੀ ਹੁੰਦਾ, ਐਗਰੀਕਲਚਰ ਵੀ ਹੁੰਦੀ ਹੈ, ਲੇਬਰ ਵੀ ਹੁੰਦੀ ਹੈ। ਤਾਂ ਕ੍ਰਾਈਸਿਸ ਹਰ ਫਰੰਟ ਦੇ ਉੱਤੇ ਆ। ਇਹ ਕ੍ਰਾਈਸਿਸ ਦੇ ਨਾਲ ਇੰਡਸਟਰੀਅਲਿਸਟ ਨੇ ਜਿਹੜੇ ਉਹ ਦੋ ਚਾਰ ਕਿਵੇਂ ਹੋ ਰਹੇ ਨੇ। ਸਾਡੇ ਨਾਲ ਪੰਜਾਬ ਦੇ ਟॉप इंडस्ट्रियलिस्ट कमल ओसवाल ने, उन्होंने गलबात करते हैं कि और ओसवाल ग्रुप के वाइस प्रेजिडेंट ने
ਵਾਈਸ ਚੇਅਰਮੈਨ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਹ ਸੋਚ ਰਹੇ ਨੇ ਕਿ ਪੰਜਾਬ ਦੀ ਇੰਡਸਟਰੀ ਅਗਰ ਰਿਵਾਈਵ ਹੋਏਗੀ, ਦੇਸ਼ 'ਚ ਹੋਏਗੀ, ਕਿਵੇਂ ਹੋਏਗੀ, ਉਹਨਾਂ ਦੇ ਆਈਡੀਆਜ਼ ਕੀ ਨੇ। ਕਮਲ ਸਰ, ਤੁਹਾਡਾ ਸਵਾਗਤ ਹੈ ਨਿਊਜ਼ 18 ਦੇ ਉੱਤੇ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਰਾਜਿੰਦਰ ਜੀ। ਕਮਲ ਜੀ, ਮੇਰਾ ਪਹਿਲਾ ਸਵਾਲ ਇਹੀ, ਤੁਹਾਨੂੰ ਕੀ ਲੱਗਦਾ ਇਸ ਨਾ ਉਮੀਦੀ 'ਚ ਜਦੋਂ ਅਸੀਂ ਬਹੁਤ ਸਾਰੇ ਕ੍ਰਾਈਸਿਸ ਨੇ, ਤੁਹਾਨੂੰ ਆਸ ਕੀ ਨਜ਼ਰ ਆਉਂਦੀ ਹੈ? ਜੇ ਮੈਂ ਕਹਾਂ ਤੁਹਾਡੇ ਲਈ ਆਸ ਦੀ ਕਿਰਨ ਕੀ ਹੈ? ਦੇਖੋ, ਜੋ ਇਹ ਪ੍ਰੋਬਲਮ ਹੈਗੀ ਆ, ਇਹ ਇਕੱਲੇ ਪੰਜਾਬ ਲਈ ਨਹੀਂ, ਇਕੱਲੇ ਹਿੰਦੁਸਤਾਨ ਲਈ ਨਹੀਂ, ਇਹ ਪੂਰੇ ਵਰਲਡ ਦੀ ਪ੍ਰੋਬਲਮ ਹੈ। ਇਹ ਪੂਰੀ ਦੁਨੀਆ ਦੇ ਵਿੱਚ ਇੱਕ ਇਹ ਪ੍ਰੋਬਲਮ ਹੈ। ਹਰ ਦੁਨੀਆ ਦੇ ਵਿੱਚ ਦੀ ਇੰਡਸਟਰੀ ਕ੍ਰਾਈਸਿਸ ਆ, ਹਰ ਸੈਕਸ਼ਨ ਆਫ ਜਿਹੜੇ ਪਰਸਨਸ ਆ ਉਹ ਅਫੈਕਟਡ ਹੈਗੇ ਆ। ਤੋ ਹਲੇ ਜੇ ਤੁਸੀਂ ਦੇਖਿਆ ਜਾਵੇ, ਇੰਡੀਆ ਦੇ ਵਿੱਚ ਹਲੇ ਫਿਰ ਕਾਫੀ ਘੱਟ ਹੈਗੀ ਐਜ਼ ਕੰਪੇਅਰ ਟੂ ਅਦਰ ਕੰਟਰੀਜ਼, ਕਿਉਂਕਿ ਇੱਥੇ ਪਹਿਲੇ ਹੀ ਸ਼ੁਰੂ ਤੋਂ ਐਕਸ਼ਨ ਲੈ ਲਿਆ ਸੀ ਸੈਂਟਰਲ ਗਵਰਨਮੈਂਟ ਨੇ ਵੀ ਔਰ ਸਟੇਟ ਗਵਰਨਮੈਂਟ ਨੇ ਵੀ। ਬੜੀ ਜਲਦੀ ਡਿਸੀਜਨ ਲੈ ਕੇ ਲਾਕਡਾਊਨ ਕਰਕੇ ਆਪਣੇ ਆਪ ਨੂੰ ਇੱਥੇ ਕਾਫੀ ਕੰਟਰੋਲ ਕੀਤਾ ਹੈਗਾ। ਹੁਣ ਜਿਹੜੀ ਮੇਜਰ ਪ੍ਰੋਬਲਮ ਆ ਰਹੀ ਹੈਗੀ ਆ, ਉਹ ਆ ਰਹੀ ਆ ਇਕਨੋਮੀ ਦੇ ਉੱਤੇ। ਤੇ ਹੁਣ ਇਕਨੋਮੀ ਨੂੰ ਕਿਸ ਤਰ੍ਹਾਂ ਰਿਵਾਈਵ ਕੀਤਾ ਜਾਵੇ ਤਾਂ ਕਿ ਜਿਹੜਾ ਹੁਣ ਇਹ 40 ਦਿਨ ਦਾ ਬੰਦ ਰਿਹਾ ਹੈਗਾ, ਸਾਰਾ ਕੰਮ ਇੱਕਦਮ ਬੰਦ ਹੋ ਗਿਆ, ਸਾਰਾ ਪੂਰਾ ਇੱਕ ਇੰਡਸਟਰੀ ਦਾ ਇੱਕ ਪਹੀਆ ਸਾਰਾ ਚੱਲਦਾ ਸੀ, ਇੱਕਦਮ ਸਟਾਪ ਹੋ ਗਿਆ ਹੈਗਾ, ਉਹਨੂੰ ਦੁਬਾਰਾ ਕਿੱਦਾਂ ਰਿਵਾਈਵ ਕਰਨਾ, ਇਹ ਸਭ ਨਾਲੋਂ ਵੱਡਾ ਚੈਲੰਜ। ਉਹਦੇ ਲਈ ਜਿਹੜਾ ਸਭ ਨੂੰ ਇੰਡਸਟਰੀ ਦੇ ਚੱਲੇਗੀ ਉਹ ਹੈਗੀ ਡਿਮਾਂਡ ਨਾਲ ਲਿੰਕ ਹੈਗੀ। ਹੁਣ ਜਦ ਸਾਰਾ ਕੁਝ ਬੰਦ ਹੈਗਾ, ਸਾਰੀਆਂ ਦੁਕਾਨਾਂ ਬੰਦ ਆ, ਸਾਰੇ ਮਾਲ ਬੰਦ ਆ, ਸਾਰੀ ਐਕਸਪੋਰਟ ਬੰਦ ਆ, ਸਾਰਾ ਕੁਝ ਬੰਦ ਆ, ਤੇ ਇਸ ਵਕਤ ਇੰਡਸਟਰੀ ਸਭ ਨਾਲੋਂ ਪਹਿਲਾ ਇੰਪੋਰਟੈਂਟ ਕੰਮ ਆਪਣੀ ਡਿਮਾਂਡ ਨੂੰ ਕਿੱਦਾਂ ਜਨਰੇਟ ਕਰਨਾ ਹੈ। ਉਸ ਤੋਂ ਬਾਅਦ ਫਿਰ ਹੀ ਇੰਡਸਟਰੀ ਚੱਲੂਗੀ। ਜੇ ਹੁਣ ਅਸੀਂ 25% 30% ਇੰਡਸਟਰੀ ਚਲਾ ਵੀ ਰਹੇ ਹੈਗੇ ਤਾਂ ਉਹਦਾ ਕੋਈ, ਇਹਦਾ ਜਸਟ ਐਜ਼ ਅ ਟਾਈਮ ਗੈਪ ਅਰੇਂਜਮੈਂਟ ਹੈਗਾ ਤਾਂ ਕਿ ਕੁਛ ਨਾ ਕੁਛ ਕੰਮ ਚੱਲਦਾ ਰਹੇ, ਤਾਂ ਕਿ ਜਦੋਂ ਵੀ ਆਪਣਾ ਠੀਕ ਹੋਏਗਾ ਉਸ ਤੋਂ ਬਾਅਦ ਇਹ ਚੱਲ ਰਿਹਾ। ਲਾਕਡਾਊਨ ਤਾਂ ਖੁੱਲ ਰਿਹਾ, ਕਰਫਿਊ ਖੁੱਲ ਰਿਹਾ, ਇੰਡਸਟਰੀ ਤਾਂ ਚੱਲ ਨਹੀਂ ਪਈ। ਨਹੀਂ ਤੇ ਕੱਲ ਪੂਰੀ ਦੁਨੀਆ 'ਚ ਕਹੀ ਜਾ ਰਹੀ ਹੈ ਕਿ ਬਿਮਾਰੀ ਇਹੀ ਜੀ ਹੈ ਜਿਹਦੇ ਨਾਲ ਸਾਨੂੰ ਰੈਗੂਲਰਲੀ ਲੜਨਾ ਪਊ। ਆਉਣ ਵਾਲੇ 2-4 ਸਾਲ ਵੀ ਪਲੈਨਿੰਗ ਕਰਨੀ ਪਊ, ਅਸੀਂ ਆਪਣੇ ਕੰਮ ਵੀ ਕਰੀਏ, ਇਹਦੇ ਨਾਲ ਲੜਾਈ ਵੀ ਜਾਰੀ ਰੱਖੀਏ। ਤਾਂ ਤੁਹਾਨੂੰ ਕੀ ਲੱਗਦਾ, ਲੇਬਰ ਵਾਲਾ ਕ੍ਰਾਈਸਿਸ, ਕਿਰਤੀਆਂ ਦਾ ਕਿੰਨਾ ਕੁ ਵੱਡਾ ਕ੍ਰਾਈਸਿਸ ਆਉਣ ਵਾਲੇ ਦਿਨਾਂ 'ਚ ਪੈਦਾ ਹੋ ਸਕਦਾ ਹੈ? ਤੁਹਾਨੂੰ ਲੱਗਦਾ ਇੰਡਸਟਰੀ 'ਚ ਕੋਈ ਸਮੱਸਿਆ ਨਹੀਂ ਹੋਏਗੀ? ਨਹੀਂ, ਦੇਖੋ, ਇਨੀਸ਼ੀਅਲੀ ਤਾਂ ਕਾਫੀ ਵੱਡੀ ਸਮੱਸਿਆ ਹੈਗੀ ਹੈ, ਕਿਉਂਕਿ ਇੱਕਦਮ ਜਿੰਨਾ ਲੈਟਰ ਸੇ ਪੰਜਾਬ ਦੇ ਵਿੱਚੋਂ ਕਹਿ ਰਹੇ ਕਿ 10 ਲੱਖ ਬੰਦੇ ਹੈਗੇ ਜਾਣ ਨੂੰ ਤਿਆਰ ਹੈਗੇ। ਇੱਕ ਵਾਰ ਜਦੋਂ ਬੰਦੇ ਚਲੇ ਗਏ, ਉਹਨਾਂ ਨੂੰ ਵਾਪਸ ਲਿਆਣਾ, ਵਾਪਸ ਕੰਮ ਤੇ ਰੱਖਣਾ ਬਹੁਤ ਮੁਸ਼ਕਲ ਹੈ। ਤਾਂ ਇਸ ਲਈ ਅਸੀਂ ਤਾਂ ਹੀ ਜਿਹੜੀ ਇੰਡਸਟਰੀ 25% 30% ਤਾਂ ਹੀ ਸਟਾਰਟ ਕੀਤੀ ਹੈਗੀ ਆ, ਤਾਂ ਕਿ ਇੱਥੇ ਲੇਬਰ ਨੂੰ ਕੰਮ ਮਿਲਦਾ ਰਹੇ, ਉਹਨਾਂ ਨੂੰ ਪੈਸੇ ਮਿਲਦੇ ਰਹਿਣ। ਬਿਨਾਂ ਕੰਮ ਤੋਂ, ਬਿਨਾਂ ਰੈਵਨਿਊ ਤੋਂ ਪੈਸੇ ਦੇਣੇ ਬੜੇ ਮੁਸ਼ਕਲ ਹੈ, ਕਿਉਂਕਿ ਚਾਹੇ ਏਡਾ ਵੱਡੇ ਮਰਜ਼ੀ ਇੰਡਸਟਰੀ ਵਾਲਾ ਹੋਵੇ, ਜਦ ਤੱਕ ਉਹਨੂੰ ਇਨਫਲੋ ਨਹੀਂ ਹੋਊਗਾ ਉਹ ਆਊਟਫਲੋ ਕਿਸ ਤਰ੍ਹਾਂ ਕਰ ਸਕਦਾ। ਤਾਂ ਅੱਜ ਦੀ ਡੇਟ ਦੇ ਵਿੱਚ ਮੈਂ ਸਮਝਦਾ ਹੈਗਾ ਕਿ ਜੋ ਸਭ ਨਾਲੋਂ ਵੱਡੀ ਸਾਨੂੰ ਸਰਕਾਰ ਤੋਂ, ਸੈਂਟਰਲ ਗਵਰਨਮੈਂਟ ਤੋਂ, ਸਟੇਟ ਗਵਰਨਮੈਂਟ ਤੋਂ ਹੈਲਪ ਦੀ ਜ਼ਰੂਰਤ ਆ, ਉਹ ਇਹ ਹੈਗਾ ਕਿ ਸਾਨੂੰ 2-3 ਮਹੀਨੇ ਦੇ ਲਈ ਜੋ ਵੀ ਸਾਨੂੰ ਸਾਡਾ ਇੰਪਲੋਇਮੈਂਟ ਦਾ ਕਾਸਟ ਦਾ ਖਰਚਾ ਹੈਗਾ ਜਾਂ ਕੁਛ ਹੈ, ਉਹਦੇ ਵਿੱਚ ਸਾਨੂੰ ਕੁਛ ਨਾ ਕੁਛ ਆਪਣਾ ਹੈਲਪ ਕੀਤੀ ਜਾਵੇ। ਜਿੱਦਾਂ ਬਾਕੀ ਕੰਟਰੀਜ਼ ਨੇ ਵੀ ਅਪ ਟੂ 80% ਤੱਕ ਦੀ ਸੈਲਰੀਜ਼ ਕਈ ਸਰਕਾਰਾਂ ਆਪਣੀ ਵਰਕਰਸ ਨੂੰ, ਇੰਪਲੋਈਜ਼ ਨੂੰ ਦੇ ਰਹੀਆਂ ਹੈਗੀਆਂ। ਤੇ ਇਹ ਸਭ ਨਾਲੋਂ ਇੰਪੋਰਟੈਂਟ ਕੰਮ ਹੈ। ਅਸੀਂ ਵੀ ਸੀਐਮ ਸਾਹਿਬ ਨਾਲ ਰਿਕੁਐਸਟ ਕੀਤੀ ਸੀ ਕਿ ਤੁਸੀਂ ਵੀ ਸਾਨੂੰ ਕੋਈ ਨਾ ਕੋਈ ਸਪੋਰਟ ਕਰੋ। ਸੈਂਟਰਲ ਗਵਰਨਮੈਂਟ ਜਿੱਦਾਂ ESI ਫੰਡ ਦੇ ਵਿੱਚ ਲੱਖਾਂ ਕਰੋੜਾਂ ਅਰਬਾਂ ਰੁਪਏ ਪਏ ਹੈਗੇ ਆ, ਉਹਨੂੰ ਉਹ ਸਿਰਫ ਐਮਰਜੈਂਸੀ ਲਈ ਯੂਜ਼ ਕਰਨੇ ਹੁੰਦੇ ਆ। ਉਹ ਫੰਡ ਦੇ ਵਿੱਚੋਂ ਸਾਨੂੰ 2 ਮਹੀਨੇ ਲਈ, 3 ਮਹੀਨੇ ਲਈ ਕੀਤਾ ਜਾਵੇ ਤਾਂ ਕਿ ਕਿਸੇ ਨੂੰ ਕੋਈ ਅਨਇੰਪਲੋਇਮੈਂਟ ਨਾ ਹੋਵੇ ਔਰ ਹਰ ਬੰਦੇ ਨੂੰ ਪੈਸੇ ਮਿਲਦੇ ਰਹਿਣ। ਸਰ, ਇੱਕ ਦੋ ਗੱਲਾਂ ਪੂਰੀ ਦੁਨੀਆ 'ਚ ਕਹੀਆਂ ਜਾ ਰਹੀਆਂ। ਇੱਕ ਤਾਂ ਗਰੀਬੀ ਬਾਰੇ ਕਹੀ ਜਾ ਰਹੀ ਹੈ ਕਿ ਲਾਕਡਾਊਨ ਦੇ ਦੌਰ 'ਚ, ਕਰੋਨਾ ਦੇ ਦੌਰ 'ਚ ਗਰੀਬੀ ਵੱਧ ਚੁੱਕੀ ਹੈ ਜਾਂ ਵਧੇਗੀ ਇੰਡੀਆ ਦੇ ਅੰਦਰ ਵੀ। ਇੱਕ ਚੈਲੰਜ ਆ ਸਾਡੀ ਇਕਨੋਮੀ ਲਈ, ਸਾਡੇ ਦੇਸ਼ ਦੇ ਲਈ। ਦੂਸਰੀ ਗੱਲ ਸਰ ਕਹੀ ਜਾ ਰਹੀ ਹੈ ਕਿ ਇਕਨੋਮੀ ਬੜੇ ਚੰਗੇ ਤਰੀਕੇ ਨਾਲ ਬਾਉਂਸ ਬੈਕ ਕਰੇਗੀ। ਇੱਕ ਧਿਰੇ ਆ ਜਿਹੜੀ ਕਹਿ ਰਹੀ ਹੈ ਬਾਉਂਸ ਬੈਕ ਕਰੇਗੀ। ਇੱਕ ਓਪਰਚੁਨਿਟੀ ਵੀ ਹੋਏਗੀ ਗਲੋਬਲ ਲੈਵਲ ਦੇ ਉੱਤੇ, ਇਨਵੈਸਟਮੈਂਟ ਸਾਡੇ ਕੋਲ ਆ ਸਕਦੀ ਹੈ। ਲੋਕ ਨਿਰਾਸ਼ ਨੇ, ਇੰਡੀਆ ਦੇ ਅੰਦਰ ਸੌਖੇ ਤਰੀਕੇ ਨਾਲ ਇਨਵੈਸਟ ਕਰ ਸਕਦੇ ਆ। ਤੁਹਾਨੂੰ ਕੀ ਲੱਗਦਾ ਸਰ, ਤੁਹਾਡੀ ਅੰਡਰਸਟੈਂਡਿੰਗ ਕੀ ਕਹਿੰਦੀ ਹੈ ਸਰ? ਦੇਖੋ, ਹਰ ਪਹਿਲੂ ਦੇ ਦੋ ਹੁੰਦੇ ਆ। ਜਿਹੜਾ ਨੈਗੇਟਿਵ ਪੁਆਇੰਟ ਇਹ ਹੈਗਾ ਕਿ ਯੈਸ, ਸ਼ਾਰਟ ਟਰਮ ਦੇ ਵਿੱਚ ਇੰਡੀਆ ਸਾਨੂੰ ਪ੍ਰੋਬਲਮ ਆ ਰਹੀ ਹੈ, ਅਨਇੰਪਲੋਇਮੈਂਟ ਜਨਰੇਟ ਹੋ ਗਈ, ਸਾਡੇ ਕੋਲ ਕੰਮ ਨਹੀਂ। ਬਟ ਜੇ ਤੁਸੀਂ ਇਹਨੂੰ ਪੋਜ਼ਿਟਿਵ ਵੇ ਨਾਲ ਦੇਖਿਆ ਜਾਵੇ ਕਿ ਜਿਸ ਤਰ੍ਹਾਂ ਕਿ ਲੋਕਾਂ ਨੂੰ ਥੋੜਾ ਜਿਹਾ ਚਾਈਨਾ ਦੇ ਕਰਕੇ ਜਾਂ ਕੁਛ ਹੈ, ਉਹਦੇ ਕਰਕੇ ਉਮੀਦ ਹੈ ਕਿ ਇੰਡੀਆ ਦੇ ਵਿੱਚ ਕਾਫੀ ਇੰਡਸਟਰੀ ਆ ਸਕਦੀ ਹੈਗੀ ਹੈ, ਕਿਉਂਕਿ ਇੰਡੀਆ ਇਜ਼ ਅ ਬਿਗ ਕੰਟਰੀ। ਇਹ 'ਚ ਸਾਡੇ ਕੋਲ ਸਕਿਲਡ ਮੈਨ ਪਾਵਰ ਵੀ ਹੈਗੀ ਆ ਤੇ ਸਾਡੇ ਕੋਲ ਆਪਣੀ ਰਿਸੋਰਸਿਸ ਵੀ ਹੈਗੀ ਆ। ਬਸ ਥੋੜਾ ਜਿਹੀ ਸਾਨੂੰ ਆਪਣਾ ਜਿਹੜਾ ਰੈਡ ਟੇਪਿਜ਼ਮ ਤੋਂ ਸਾਨੂੰ ਮਿਲ ਜਾਏ ਤਾਂ ਕਿ ਕਲੀਅਰੈਂਸਿਸ ਜਲਦੀ ਹੋ ਜਾਣ। ਜਦੋਂ ਵੀ ਇਹ ਪ੍ਰੋਬਲਮ ਤੋਂ ਦੂਰ ਨਿਕਲਦੇ ਆ, ਥੋੜੀ ਜਿਹੀ ਪੋਜੀਸ਼ਨ ਠੀਕ ਹੁੰਦੀ ਆ, ਤਾਂ ਇਹ 'ਚ ਕਾਫੀ ਸਾਡੇ ਕੋਲ ਇੰਡੀਆ ਦੇ ਵਿੱਚ ਜਿਹੜੀ ਐਜ਼ ਆਫ ਅੱਜ ਦੀ ਡੇਟ ਤੱਕ ਇੰਡੀਆ
ਐਜ਼ ਐਨ ਆਫਿਸ ਕੰਮ ਕਰਦਾ ਸੀ, ਅਸੀਂ ਆਈਟੀ ਇੰਡਸਟਰੀ ਇਹ ਉਹਦੇ ਵਿੱਚ ਮੈਨੂਫੈਕਚਰਿੰਗ ਦੇ ਵਿੱਚ ਚਾਈਨਾ ਸੀਗਾ। ਹੁਣ ਜੇ ਅਸੀਂ ਮੈਨੂਫੈਕਚਰਿੰਗ ਇੰਡੀਆ ਦੇ ਵਿੱਚ ਅਸੀਂ ਜੇ 10% ਵੀ ਲਿਆਈਏ ਉਹਨਾਂ ਤੋਂ 10 ਜਾਂ 15% ਵੀ ਚਾਈਨਾ ਤੋਂ ਮੂਵ ਕਰਕੇ ਇੰਡੀਆ 'ਚ ਆ ਜਾਏ ਤਾਂ that would be a big opportunity for the Indian people. ਸਰ ਰੈਡ ਟੇਪਿਜ਼ਮ ਦਾ ਜ਼ਿਕਰ ਕਰਤਾ ਤੁਸੀਂ, ਔਰ ਇਹ ਦੌਰ ਉਹ ਆਗਾ ਜਿਹਦੇ 'ਚ ਜੇ ਤੁਸੀਂ ਰੈਡ ਟੇਪਿਜ਼ਮ ਰੱਖੋਗੇ, ਲਾਲ ਫੀਤਾਸ਼ਾਹੀ ਹੋਏਗੀ ਤਾਂ ਫਿਰ ਚੀਜ਼ਾਂ ਬਹੁਤ ਖੜੀਆਂ ਰਹਿਣਗੀਆਂ। ਤੁਸੀਂ ਮੰਨਦੇ ਹੋਗੇ ਕਿ ਇਹ ਬਹੁਤ ਵੱਡੇ ਪੱਧਰ ਤੇ ਕਿੰਨੀ ਕੁ ਵੱਡੀ ਸਮੱਸਿਆ ਹੈ? ਜਿੱਦਾਂ ਹੁਣ ਹਰ ਬੰਦਾ ਇਸ ਵਕਤ ਜੂਝ ਰਿਹਾ, ਆਪਣੀ ਕੋਈ ਪ੍ਰੋਫਿਟ ਐਂਡ ਲਾਸ ਜਾਂ ਕੋਈ ਰੈਵਨਿਊ ਨਹੀਂ ਦੇਖਣਾ ਚਾਹੀਦਾ। ਗਵਰਨਮੈਂਟ ਨੂੰ ਵੀ ਚਾਹੀਦਾ ਕਿ ਜਿੰਨੀਆਂ ਵੀ ਜੋ ਵੀ ਸਹੂਲਤਾਂ ਦੇ ਸਕਦੀਆਂ, ਚਾਹੇ ਟੈਕਸ ਮਾਫ ਕਰਨ, ਚਾਹੇ ਉਹਨੂੰ ਐਗਜ਼ੈਂਪਸ਼ਨਸ ਦੇਣ, ਜੋ ਜਿੱਦਾਂ ਤੁਹਾਡੇ ਕੋਈ ਹਰ ਇੰਡਸਟਰੀ ਦੇ ਵਿੱਚ ਜੋ ਵੀ ਟੈਕਸ ਲੱਗਦੇ ਆ, ਤੁਹਾਡੇ ਪ੍ਰੋਪਰਟੀ ਟੈਕਸ ਲੱਗਦੇ, ਤੁਹਾਡੇ CLU ਚਾਰਜਿਸ ਲੱਗਦੇ ਆ, ਤੁਹਾਨੂੰ ਇਲੈਕਟ੍ਰਿਸਿਟੀ ਡਿਊਟੀ ਲੱਗਦੀ ਆ, ਤਾਂ ਕਿ ਇੱਕ ਵਾਰ 2 ਮਹੀਨੇ ਲਈ, 6 ਮਹੀਨੇ ਲਈ, ਸਾਲ ਲਈ, ਤਾਂ ਕਿ ਹਰ ਬੰਦੇ ਨੂੰ ਚਾਹੀਦਾ ਕਿ ਆਪਣੇ ਕੰਮ ਨੂੰ ਸ਼ੁਰੂ ਕਰਨ। ਇੱਕ ਵਾਰ ਜਦੋਂ ਇੰਡਸਟਰੀ ਦਾ ਪਹੀਆ ਚੱਲ ਗਿਆ, ਉਸ ਤੋਂ ਬਾਅਦ ਫਿਰ ਆਹਿਸਤੇ ਆਹਿਸਤੇ ਆਪਣੀ ਰੈਵਨਿਊ ਜਨਰੇਟ ਕਰਨ ਲਈ ਆਪਣੇ ਜੋ ਵੀ ਟੈਕਸ ਲਗਾ ਸਕਦੇ ਆ ਉਹ ਲਗਾਉਣ। ਪਰ ਇਸ ਵਕਤ ਤੁਹਾਨੂੰ ਸਭ ਫ੍ਰੀ ਕਰ ਦੇਣਾ ਚਾਹੀਦਾ ਹੈ ਕਿ ਕਿਨੇ ਵੀ ਕੋਈ ਇੰਡਸਟਰੀ ਲਗਾਉਣੀ ਹੈ ਉਹਨਾਂ ਨੂੰ ਜੋ ਵੀ ਸਹੂਲਤ ਚਾਹੀਦੀ ਆ ਇਮੀਡੀਏਟ ਦੇਣ, ਸਾਰੇ ਟੈਕਸਿਸ ਮਾਫ ਕਰਨ, ਸਾਰਾ ਕੁਝ ਕਰਨ, ਤਾਂ ਕਿ ਕਿਸੇ ਨੂੰ ਕੋਈ ਮਤਲਬ ਕੰਪੀਟੀਟਿਵ ਬਣ ਜਾਏ। ਸਰ ਤੁਹਾਨੂੰ ਕੀ ਲੱਗਦਾ, ਇਨਵੈਸਟਮੈਂਟ ਲੱਗਦਾ ਤੁਹਾਨੂੰ, ਮਤਲਬ ਗਲੋਬਲੀ ਅਸੀਂ ਦੇਖ ਰਹੇ ਹਾਂ ਇਨਵੈਸਟਮੈਂਟ ਆਏਗੀ, ਜਾਂ ਤੁਹਾਨੂੰ ਲੱਗਦਾ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ? ਕੁਝ ਲੋਕ ਕਹਿ ਰਹੇ ਆ ਚਾਈਨਾ ਤੋਂ ਜਿਹੜਾ ਨਿਵੇਸ਼ਕ ਆ, ਜਿਹੜਾ ਇਨਵੈਸਟਮੈਂਟ ਕਰਨਾ ਚਾਹੁੰਦਾ ਸੀ, ਉਹ ਨਿਰਾਸ਼ ਹੋ ਚੁੱਕਿਆ ਚਾਈਨਾ ਤੋਂ। ਭਾਰਤ 'ਚ ਵੱਡੀ ਇਨਵੈਸਟਮੈਂਟ ਆ ਸਕਦੀ ਹੈ। ਤੁਹਾਨੂੰ ਲੱਗਦਾ ਇਹਦੇ ਨਾਲ ਇਕਨੋਮੀ ਨੂੰ ਬੂਮ ਮਿਲੇਗਾ, ਜਾਂ ਆਏਗੀ ਜਾਂ ਨਹੀਂ ਆਏਗੀ ਇਨਵੈਸਟਮੈਂਟ? ਜਾਂ ਫਿਰ ਜੇ ਆ ਰਹੀ ਆ ਤਾਂ ਲੋਕਲ ਇੰਡਸਟਰੀਅਲਿਸਟ ਨੇ ਉਹਨਾਂ ਨਾਲ ਕੀ ਅੰਡਰਸਟੈਂਡਿੰਗ ਕਰੇ ਸਰਕਾਰ, ਕਿਤੇ ਉਹਨਾਂ ਨੂੰ ਕੋਈ ਨੁਕਸਾਨ ਨਾ ਹੋਵੇ? ਨਹੀਂ, ਬਿਲਕੁਲ ਆਏਗੀ ਜੀ, ਕਿਉਂਕਿ ਹਰ ਬੰਦਾ ਐਜ਼ ਐਨ ਆਲਟਰਨੇਟਿਵ ਚਾਹੁੰਦਾ ਹੈਗਾ। ਇਸ ਵਕਤ ਚਾਈਨਾ ਦਾ ਕੋਈ ਆਲਟਰਨੇਟਿਵ ਨਹੀਂ ਹੈ, ਕਿਉਂਕਿ ਉਹਨਾਂ ਦੀ ਇੰਡਸਟਰੀ ਏਡੀ ਵੱਡੀ ਹੋ ਚੁੱਕੀ ਹੈ ਤਾਂ ਇੰਨੀ ਕੰਪੀਟੀਟਿਵ ਹੈਗੀ ਹੈ, ਤਾਂ ਉਹਨਾਂ ਨੂੰ ਉਹਦਾ ਕੋਈ ਆਲਟਰਨੇਟਿਵ ਨਹੀਂ ਸੀਗਾ। ਤਾਂ ਸੈਂਟਰ ਗਵਰਨਮੈਂਟ ਕੋਲੇ ਤਾਂ ਬਹੁਤ ਸਾਰਾ ਨਿਵੇਸ਼ ਆਉਂਦਾ ਹੈ ਇਸ ਟਾਈਮ ਵੀ। ਵਰਲਡ ਬੈਂਕ ਤੋਂ ਆਇਆ, ਏਸ਼ੀਅਨ ਬੈਂਕ ਤੋਂ ਆਇਆ, ਬ੍ਰਿਕਸ ਬੈਂਕ ਤੋਂ ਆਇਆ, ਬਹੁਤ ਸਾਰਾ ਪੈਸਾ ਆ ਜਾਂਦਾ, ਮਨੀ ਪੰਪ ਹੁੰਦੀ ਹੈਗੀ ਸਾਡੀ ਇੰਡੀਅਨ ਇਕਨੋਮੀ। ਪਰ ਜਿਹੜੀ ਸਾਡੀ ਲੋਕਲ ਇਕਨੋਮੀ ਹੁੰਦੀ ਹੈ ਉਹਦੇ ਕੋਲ ਤਾਂ ਕਿਸ ਤਰ੍ਹਾਂ ਦੇ ਰਿਸੋਰਸ ਨਹੀਂ ਹੁੰਦੇ, ਕਿਉਂਕਿ ਤੁਹਾਨੂੰ ਜਿਹੜੀ ਮਦਦ ਕਰਨੀ ਆ ਉਹ ਜ਼ਿਆਦਾਤਰ ਤੇ ਸਟੇਟ ਗਵਰਨਮੈਂਟ ਕਰਦੀ ਹੈ। ਤੁਹਾਨੂੰ ਲੱਗਦਾ ਦੋਵੇਂ ਸਰਕਾਰਾਂ ਰਲ ਮਿਲ ਕੇ ਕੋਈ ਪਲਾਨ ਬਣਾਉਣ ਪੂਰੇ ਦੇਸ਼ ਦੇ ਇੰਡਸਟਰੀਸਟਾਂ ਲਈ, ਮਜ਼ਦੂਰਾਂ ਲਈ, ਉਹ ਸਭ ਲਈ ਜਿਹੜੇ ਇੰਡਸਟਰੀ ਨਾਲ ਜੁੜੇ ਹੋਏ ਲੋਕ ਸੀਗੇ, ਇੰਡਸਟਰੀ ਦਾ ਪਾਰਟ ਸੀਗੇ? ਦੇਖੋ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ, ਕਿਉਂਕਿ ਇਸ ਵਕਤ ਸਾਨੂੰ ਇਹ ਦੇਖਣਾ ਚਾਹੀਦਾ ਕਿ ਆਪਾਂ ਇੰਡਸਟਰੀ ਨੂੰ ਕਿੱਦਾਂ ਦੁਬਾਰਾ ਰਿਵਾਈਵ ਕਰਨਾ। ਇੱਕ ਤਰ੍ਹਾਂ ਦਾ ਸਾਨੂੰ ਇੱਕ ਜ਼ੀਰੋ ਤੋਂ ਸਟਾਰਟ ਕਰਨਾ। ਜਿਹੜੀ ਇੰਡਸਟਰੀ 40 ਦਿਨ 60 ਦਿਨ ਬੰਦ ਹੋ ਜਾਵੇ, ਸਾਰਾ ਕੁਝ ਬੰਦ ਆ, ਕੋਈ ਤੁਹਾਡੀ ਡਿਮਾਂਡ ਨਹੀਂ ਆ, ਕੋਈ ਪ੍ਰੋਡਕਸ਼ਨ ਨਹੀਂ ਆ, ਜ਼ੀਰੋ ਸੇਲ ਹੈਗੀ ਤੁਹਾਡੀ, ਤਾਂ ਉਹਨੂੰ ਸਟਾਰਟ ਕਰਨ ਲਈ ਤਾਂ ਤੁਹਾਨੂੰ ਇੱਕ ਤਰ੍ਹਾਂ ਦਾ ਨਵਾਂ ਸਟਾਰਟ ਕਰਨਾ ਪੈਣਾ। ਮੈਂ ਵੈਸੇ ਪੁੱਛਾਂ ਕਿ ਪਰਸਨਲ ਲਾਸ ਕਿੰਨਾ ਕੁ ਹੋ ਗਿਆ ਇੰਡਸਟਰੀਲਿਸਟਾਂ ਦਾ, ਜਿਵੇਂ ਤੁਹਾਡਾ ਕਿੰਨਾ ਹੋ ਗਿਆ, ਜਾਂ ਕਿੰਨਾ ਕੁ ਲਾਸ ਹੋਇਆ ਇਸ ਦੌਰ ਦੇ ਅੰਦਰ? ਮਤਲਬ ਦੇਖੋ, ਲਾਸ ਤੋਂ ਇਸ ਵਕਤ ਇਦਾਂ ਕੁਆਂਟੀਫਾਈ ਕਰਨਾ ਤਾਂ ਬਹੁਤ ਮੁਸ਼ਕਲ ਹੈ। ਇਹ ਤਾਂ ਅਨਪ੍ਰੈਸੀਡੈਂਟ ਕੰਮ ਹੈਗਾ, ਕਿਉਂਕਿ ਹਲੇ ਤਾਂ ਪਤਾ ਵੀ ਨਹੀਂ, ਹਲੇ ਤਾਂ 40 ਦਿਨ ਦਾ ਕਿੰਨੀ ਦੇਰ ਚੱਲਣਾ ਹੈਗਾ ਇਹ ਵੀ ਨਹੀਂ ਪਤਾ। ਜੋ ਸਾਡੇ ਕੋਲ ਹਰ ਬੰਦੇ ਕੋਲ ਜਿੰਨਾ ਰॉ ਮਟੀਰੀਅਲ ਪਿਆ ਸੀ, ਜਿੰਨੀਆਂ ਤੁਹਾਡੀਆਂ ਫਿਨਿਸ਼ ਗੁੱਡਸ ਪਏ ਸੀਗੇ, ਉਹ ਸਾਰੇ ਹੁਣ ਡਿਸਕਾਊਂਟ ਦੇ ਵਿਕੋਗੇ। ਰॉ ਮਟੀਰੀਅਲ ਦੇ ਆ ਤੁਹਾਡੇ ਪ੍ਰਾਈਸ ਦੇ, ਰॉ ਮਟੀਰੀਅਲ ਦੇ ਪ੍ਰਾਈਸ ਘਟ ਗਏ ਹੈਗੇ। ਹੁਣ ਅੱਗੇ ਤੁਸੀਂ ਲੋਕਾਂ ਕੋਲੋਂ ਜਿਹੜੀ ਪੇਮੈਂਟਾਂ ਲੈਣੀਆਂ ਹੈਗੀਆਂ, ਹਰ ਬੰਦਾ ਡਿਲੇ ਕਰ ਰਿਹਾ ਹੈਗਾ, ਕੋਈ ਪੇਮੈਂਟ ਇਨਫਲੋ ਨਹੀਂ ਆ ਰਿਹਾ ਹੈਗਾ। तो इस वक्त पूरा लॉस ਨੂੰ कैलकुलेट करना तो बहुत मुश्किल है। ये तो आप कैलकुलेट कर सकते हो, पता भी ठीक है प्रॉब्लम खत्म हो गई है, रिजॉल्व हो गई है। ਤੁਸੀਂ ਅਪਰੋਚ ਕੀਤਾ, ਸਰਕਾਰਾਂ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਸਰਕਾਰਾਂ ਕੁਝ ਕਹਿ ਰਹੀਆਂ ਨੇ ਤੁਹਾਨੂੰ? ਸੈਂਟਰ ਗਵਰਨਮੈਂਟ, ਸਟੇਟ ਗਵਰਨਮੈਂਟ ਕੁਝ ਕਹਿ ਰਹੀਆਂ ਨੇ? ਦੇਖੋ, ਜਿਹੜਾ ਸਾਨੂੰ ਇਸ ਵਕਤ ਇੰਡਸਟਰੀ ਨੂੰ ਹੈਲਪ ਚਾਹੀਦੀ ਹੈਗੀ ਆ, ਇੱਕ ਤਾਂ ਸਾਨੂੰ ਤਾਂ ਕਿ ਇੰਡਸਟਰੀ ਨੂੰ ਵਿੱਚ ਮੇਜਰ ਜਿਹੜੀ ਕਾਸਟ ਕੰਪੋਨੈਂਟ ਹੁੰਦਾ, ਇੱਕ ਤਾਂ ਹੁੰਦਾ ਤੁਹਾਡੀ ਆਪਣਾ ਰॉ ਮਟੀਰੀਅਲ। ਚਲੋ ਰॉ ਮਟੀਰੀਅਲ ਦੇ ਵਿੱਚ ਕੋਈ ਬੰਦਾ ਕੁਝ ਨਹੀਂ ਕਰ ਸਕਦਾ, ਜੋ ਜਿਹਦੇ ਕੋਲ ਜਿੰਨਾ ਜ਼ਿਆਦਾ ਰॉ ਮਟੀਰੀਅਲ ਪਿਆ ਹੋਊਗਾ ਜਾਂ ਜਿੰਨੇ ਹੋਗੇ ਉਹਨਾਂ ਜ਼ਿਆਦਾ ਲਾਸ ਹੋਏਗਾ। ਸੈਕੰਡ ਕੰਪੋਨੈਂਟ ਆਉਂਦਾ ਹੈ ਕਿ ਤੁਹਾਡੀ ਸੈਲਰੀ ਐਂਡ ਵੇਜਸ, ਉਹਦੇ ਵਿੱਚ ਸਰਕਾਰ ਸ਼ੁੱਡ ਹੈਲਪ ਅਸ, ਜਿੱਦਾਂ ਬਾਕੀ ਗਵਰਨਮੈਂਟਸ ਨੇ ਕੀਤਾ ਹੈਗਾ, USA ਨੇ ਕਿਹਾ ਹੈਗਾ, ਆਪਣਾ UK ਨੇ ਕਿਹਾ ਹੈਗਾ। ਹਰ ਕੰਟਰੀ ਕੋਈ ਨਾ ਕੋਈ ਐਜ਼ ਅ 3 ਮਹੀਨੇ ਲਈ, 2 ਮਹੀਨੇ ਲਈ, 4 ਮਹੀਨੇ ਲਈ ਉਹਨਾਂ ਨੂੰ 80% ਤੱਕ ਦੀ ਸੈਲਰੀ ਗਵਰਨਮੈਂਟ ਰੀਇੰਬਰਸ ਕਰ ਰਹੀ ਹੈ, ਜਿਹੜੇ ਉਹਨਾਂ ਕੋਲ ਵੈਲਫੇਅਰ ਫੰਡਸ ਪਏ ਹੈਗੇ। ਇੱਕ ਤਾਂ ਉਹ ਸਾਹਮਣੇ ਇੰਪੋਰਟੈਂਟ ਹੈ। ਸੈਕੰਡ, ਜਿੱਦਾਂ ਲਾਕਡਾਊਨ ਹੋ ਗਿਆ, ਲਾਕਡਾਊਨ ਦੇ ਵਿੱਚ ਤੁਹਾਡੇ ਕੋਲ ਤਾਂ ਕੋਈ ਇਨਕਮ ਤਾਂ ਹੈ ਨਹੀਂ ਹੈਗੀ, ਬਟ ਤੁਹਾਡੇ ਜਿੰਨੇ ਤੁਹਾਡੇ ਲੈਟਰ ਸੇ ਤੁਸੀਂ ਬੈਂਕਾਂ ਤੋਂ ਲੋਨ ਲਿੱਤੇ ਆ, ਵਿਆਜ ਪੈ ਰਿਹਾ ਹੈਗਾ, ਉਹ ਜਦ ਤੱਕ ਲਾਕਡਾਊਨ ਹੈਗਾ ਉਹ ਮਾਫ ਹੋਣੇ ਚਾਹੀਦੇ ਹੈਗੇ। ਔਰ ਜਿੰਨੇ ਤੁਹਾਡੇ ਰੀਪੇਮੈਂਟ ਆ ਉਹਨਾਂ ਨੂੰ ਅੱਗੇ ਡੈਫਰ ਕਰਨਾ ਚਾਹੀਦਾ ਹੈ। ਜੇ ਨਹੀਂ ਕਰੋਗੇ ਤਾਂ ਫਿਰ ਇੰਡਸਟਰੀ ਨੈਚੁਰਲੀ ਕਿੱਥੋਂ ਦੇਗੀ ਪੈਸੇ? ਹਰ ਬੰਦਾ ਦਾ ਪੈਸਾ ਤਾਂ ਇਨਫਲੋ ਔਰ ਆਊਟਫਲੋ ਤੇ ਡਿਪੈਂਡ ਕਰਦਾ, ਫਿਰ NP ਹੋਰ ਵਧੂਗੇ, ਬੈਂਕਾਂ ਨੂੰ ਅਲਟੀਮੇਟਲੀ ਜ਼ਿਆਦਾ ਲਾਸ ਹੋਏਗਾ। ਸੋ ਅੱਜ ਦੀ ਡੇਟ ਦੇ ਵਿੱਚ ਇਹ ਸਪੋਰਟ ਆਪਣਾ ਇੰਟਰਸਟ ਦੇ ਉੱਪਰ
ਔਰ ਇੰਪਲੋਇਮੈਂਟ ਦੇ ਉੱਪਰ ਸਬਸਿਡੀ ਜਿਹੜੀ ਇਹਨਾਂ ਨੂੰ ਦੇਣੀ ਚਾਹੀਦੀ ਹੈ। ਇਹ ਸਭ ਨਾਲੋਂ ਇੰਪੋਰਟੈਂਟ ਕੰਮ ਹੈ। ਬਿਲਕੁਲ। ਧੰਨਵਾਦ ਕਮਲ ਸਰ, ਤੁਹਾਡਾ ਬਹੁਤ ਧੰਨਵਾਦ, ਆਪਣਾ ਕੀਮਤੀ ਟਾਈਮ ਸਾਨੂੰ ਦਿੱਤਾ ਤੁਸੀਂ। ਥੈਂਕ ਯੂ ਜੀ, ਥੈਂਕ ਯੂ ਵੈਰੀ ਮਚ ਜੀ। ਇਹ ਸਨ ਕਮਲ ਓਸਵਾਲ, ਜਿਨ੍ਹਾਂ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਜਿਹੜਾ ਇੰਟਰਸਟ ਰੇਟ ਆ ਸਰਕਾਰਾਂ ਨੂੰ ਉਹਦੇ ਤੇ ਧਿਆਨ ਦੇਣਾ ਚਾਹੀਦਾ, ਔਰ ਜਿਹੜੀ ਸਾਡੀ ਲੇਬਰ ਆ ਜਿਹਦੀ ਅਸੀਂ ਵੀ ਮਦਦ ਕੀਤੀ ਹੈ, ਸਰਕਾਰਾਂ ਨੂੰ ਉਸ ਮਸਲੇ ਸਾਨੂੰ ਕੰਪਨਸੇਟ ਕਰਨਾ ਚਾਹੀਦਾ। ਸਰਕਾਰ ਕੀ ਕਰ ਸਕਦੀ ਹੈ, ਕਿਉਂਕਿ ਆਉਣ ਵਾਲੇ ਸਮੇਂ 'ਚ ਇੰਡਸਟਰੀ ਦਾ ਰਿਵਾਈਵ ਹੋਣਾ ਜ਼ਰੂਰੀ ਹੈ। ਉਹਦੇ 'ਚ ਮਿਲ ਜੁਲ ਕੇ ਮਜ਼ਦੂਰਾਂ ਦੀ ਵੀ ਮਦਦ ਹੋਵੇ, ਇੰਡਸਟਰੀਲਿਸਟ ਦੀ ਵੀ ਹੋਵੇ, ਕਿਸਾਨਾਂ ਦੀ ਹੋਵੇ, ਸਭ ਦੇ ਨਾਲ ਜਿਵੇਂ ਬਾਕੀ ਮੁਲਕਾਂ ਦੀਆਂ ਸਰਕਾਰਾਂ ਖੜ ਰਹੀਆਂ ਨੇ ਉਵੇਂ ਹੀ ਖੜਨ ਦੀ ਲੋੜ ਹੈ।